श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला परम कृपाला। श्री गुरु गोबिंद सिंह विशाला। जिसमें अमृत ज्ञान है मानिक भगत वैराग। श्री गुरु ग्रंथ साहिब उदद बंदों कर अनुराग। एक अंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। जुत परिवार बसे सुख पाई। जम को त्रास दियो बिसराई। अचरज चरत गुरु के महा। दीपक बरै तेल नह जहाँ। जुत परिवार बसे सुख पाई। वाहिगुरु जी का खालसा वाहिगुरु जी की फतेह। ਚਵਰ ਛਤਰ ਤਖਤ ਦੇ ਮਾਲਕ ਸਾਰੀ ਕਾਇਨਾਤ ਦੇ ਰਹਿਬਰ ਗਿਆਨ ਦੇ ਮੁਜੱਸਮੇ ਸ਼ਬਦ ਗੁਰੂ ਗੁਰਤਾ ਗੱਦੀ ਤੇ ਸੁਭਾਏ ਮਾਨ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ। ਵਡਭਾਗੇ ਹਾਂ ਸਤਿਗੁਰੂ ਜੀ ਦੀ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਰੋਜ਼ ਦੇਸ਼ ਵਿਦੇਸ਼ ਵਿੱਚ ਬੈਠ ਕਰਕੇ ਘਰਾਂ ਵਿੱਚ ਬੈਠ ਕਰਕੇ ਟੀਵੀ ਇੰਟਰਨੈਟ ਦੇ ਮਾਧਿਅਮ ਰਾਹੀਂ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਸਰਵਣ ਕਰਦੇ ਆ ਰਹੇ ਹੋ। ਪਿਛਲੇਰਾ ਇਤਿਹਾਸ ਜੋ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ। ਦੀਨ ਦੁਨੀਆ ਦੇ ਮਾਲਕ ਦੁਖੀਆਂ ਦੇ ਦਰਦ ਵੰਡਾਉਣ ਵਾਲੇ ਦਇਆ ਦੇ ਘਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜੀਵਾਂ ਦਾ ਉਧਾਰ ਕਰ ਰਹੇ ਹਨ। ਪਾਤਸ਼ਾਹ ਜੀ 22 ਸਾਲ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਜਿਤਨਾ ਚਿਰ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਸਰੀਰ ਕਰਕੇ ਰਹੇ ਉਤਨਾ ਚਿਰ ਕੋਈ ਵੀ ਪ੍ਰਾਣੀ ਮਾਤਰ ਚੜ੍ਹਾਈ ਨਹੀਂ ਕੀਤਾ, ਸਰੀਰ ਨਹੀਂ ਤਿਆਗਿਆ। ਇਹ ਬਖਸ਼ਿਸ਼ਾਂ ਪਾਤਸ਼ਾਹ ਜੀ ਨੇ ਕੀਤੀਆਂ ਹਨ। ਕਵੀ ਜੀ ਆਪਣੇ ਇਸ ਪਾਵਨ ਗ੍ਰੰਥ ਵਿੱਚ ਦੱਸਦੇ ਹਨ ਕਿਵੇਂ ਪਾਤਸ਼ਾਹ ਜੀ ਨੇ
ਜਿਵੇਂ ਕੋਈ ਅਕਾਲ ਪੈ ਜਾਂਦਾ, ਕੋਈ ਅਨਾਜ ਦੀ ਘਾਟ ਹੋ ਜਾਂਦੀ, ਕੋਈ ਹੋਰ ਕੁਦਰਤੀ ਆਫਤ ਆ ਜਾਂਦੀ, ਇਹ ਚੀਜ਼ਾਂ ਤੇ ਕਿਤੇ ਰਹੀਆਂ। ਮੌਤ ਵੀ ਨੇੜੇ ਨਹੀਂ ਆਉਣ ਦਿੱਤੀ ਉਸ ਨਗਰ ਦੇ ਵਸਨੀਕਾਂ ਦੇ ਕੋਲ। ਜੇ ਕਿਸੇ ਦਾ ਕੋਈ ਭਰਤਾ ਚੜ੍ਹਾਈ ਕਰ ਜਾਂਦਾ, ਕਿਸੇ ਮਾਂ ਦਾ ਪੁੱਤਰ ਚੜ੍ਹਾਈ ਕਰ ਜਾਂਦਾ, ਤੇ ਪਾਤਸ਼ਾਹੀ ਦੇ ਪਾਸ ਲੈ ਕਰਕੇ ਆਉਂਦੇ। ਸੱਚੇ ਪਾਤਸ਼ਾਹ ਜੀ ਆਪਣੇ ਚਰਨ ਸੁਹਾ ਕਰਕੇ ਉਸ ਨੂੰ ਜੀਵਤ ਕਰ ਦਿੰਦੇ। ਜਿਵੇਂ ਪਾਤਸ਼ਾਹੀ ਦੇ ਬਾਣੀ ਦੇ ਬਚਨ ਹਨ, ਮਿਰਤਕ ਕਉ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ, ਮਿਰਤਕ ਕਉ ਜੀਵਾਲਣ ਹਾਰ। ਇੰਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਜਿਹੜਾ ਵੀ ਕੋਈ ਆਉਂਦਾ ਹੈ ਕਿਸੇ ਵੀ ਦੁੱਖ ਲੈ ਕੇ, ਫਰਿਆਦ ਲੈ ਕਰਕੇ, ਉਸ ਦੀ ਉਹ ਦੁੱਖ ਵਾਲੀ, ਉਹ ਪੀੜਾ ਵਾਲੀ ਹਾਲਤ ਨੂੰ ਸੱਚੇ ਪਾਤਸ਼ਾਹ ਜੀ ਠੀਕ ਕਰ ਦਿੰਦੇ। ਭਾਈ ਬੱਲੂ ਜੀ ਜਿਹੜੇ ਸੱਚੇ ਪਾਤਸ਼ਾਹ ਜੀ ਦੇ ਅਨੰਨ ਸੇਵਕ ਹਨ, ਸੱਚੇ ਪਾਤਸ਼ਾਹ ਜੀ ਦੇ ਪਾਸ ਹਰ ਸਮੇਂ ਹਾਜ਼ਰ ਰਹਿੰਦੇ ਨੇ। ਉਹਨਾਂ ਨੂੰ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਦੋਂ ਵੀ ਕੋਈ ਦੁਖਿਆਰਾ ਸਾਡੇ ਪਾਸ ਆਉਂਦਾ ਹੈ, ਉਸ ਦੀ ਉਸੇ ਵੇਲੇ ਖਬਰ ਦਿਓ। ਇਸ ਨਗਰ ਦੇ ਵਿੱਚ ਇਸ ਤਰੀਕੇ ਇੱਕ ਵਿਧਵਾ ਇਸਤਰੀ ਰਹਿੰਦੀ ਸੀ, ਖਤਰਾਣੀ, ਜਿਸ ਦਾ ਇੱਕ ਇਕਲੌਤਾ ਪੁੱਤਰ, ਉਸ ਨੂੰ 1-2 ਦਿਨ ਬੁਖਾਰ ਚੜਿਆ, ਤਾਪ ਹੋਇਆ, ਤੇ ਉਹ ਚੜ੍ਹਾਈ ਕਰ ਜਾਂਦਾ। ਜਦੋਂ ਰਾਤ ਦੇ ਸਮੇਂ ਉਸ ਨੂੰ, ਉਸ ਵਿਧਵਾ ਮਾਤਾ ਨੂੰ ਪਤਾ ਚੱਲਦਾ ਹੈ ਕਿ ਮੇਰਾ ਪੁੱਤਰ ਚੜ੍ਹਾਈ ਕਰ ਗਿਆ ਹੈ, ਉਹ ਬੜਾ ਵਿਰਲਾਪ ਕਰਦੀ, ਉੱਚੀ ਉੱਚੀ ਰੋਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਉਧਰੋਂ ਪਹਿਰ ਰਾਤ ਰਹਿੰਦੀ ਨੂੰ ਉੱਠ ਕੇ ਹਰ ਰੋਜ਼ ਦਾ ਜੋ ਨੇਮ ਪਾਤਸ਼ਾਹ ਜੀ ਦਾ ਸੀ ਉਹ ਨਿਭਾਉਣ ਵਾਸਤੇ ਉੱਠੇ ਹਨ। ਤਿਆਰ ਹੋ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਸਿਮਰਨ ਵਿੱਚ ਜੁੜੇ ਬੈਠੇ ਹਨ। ਇੱਧਰੋਂ ਇਹ ਮਾਈ ਜਿਹੜੀ ਉੱਚੀ ਉੱਚੀ ਵਿਰਲਾਪ ਕਰਦੀ ਹੈ, ਸ਼ੋਕ ਕਰਦੀ ਹੈ ਕਿ ਮੇਰਾ ਇਕਲੌਤਾ ਪੁੱਤਰ ਹੈ, ਇਹ ਹੁਣ ਨਹੀਂ ਰਿਹਾ। ਹੇ ਮੇਰੇ ਪੁੱਤਰ, ਤੇਰੇ ਤੋਂ ਬਗੈਰ ਹੋਰ ਮੇਰਾ ਕਿਹੜਾ ਸਹਾਰਾ ਹੈ? ਕੋਈ ਵੀ ਆਸਰਾ ਨਹੀਂ। ਮੈਂ ਬੜੇ ਦੁੱਖਾਂ ਦੇ ਨਾਲ ਪਤੀ ਤੋਂ ਬਿਨਾਂ ਤੈਨੂੰ ਪਾਲਿਆ ਹੈ, ਤੇ ਅੱਜ ਤੂੰ ਮੈਨੂੰ ਛੱਡ ਕੇ ਚਲਿਆ ਗਿਆ। ਮੈਂ ਤਾਂ ਕੋਈ ਤੇਰਾ ਸੁੱਖ ਵੀ ਨਹੀਂ ਅਜੇ ਦੇਖਿਆ। ਹੁਣ ਤੂੰ ਮੈਨੂੰ ਵੀ ਆਪਣੇ ਨਾਲ ਹੀ ਲੈ ਜਾ, ਮੇਰਾ ਇੱਥੇ ਰਹਿਣ ਦਾ ਕੋਈ ਮਕਸਦ ਮਨੋਰਥ ਨਹੀਂ। ਇਸ ਤਰੀਕੇ ਦੇ ਨਾਲ ਉੱਚੀ ਉੱਚੀ ਵਿਰਲਾਪ ਕਰਦੀ ਰੋਂਦੀ ਹੈ ਅਤੇ ਆਪਣੇ ਪੁੱਤਰ ਨੂੰ ਉਠਾ ਕਰਕੇ ਸੱਚੇ ਪਾਤਸ਼ਾਹੀ ਦੇ ਦਰਬਾਰ ਦੇ ਉੱਤੇ ਲੈ ਕੇ, ਸਾਹਮਣੇ ਲੈ ਕਰਕੇ ਆਈ ਦਰਵਾਜ਼ੇ ਦੇ। ਇੱਥੇ ਆ ਕੇ ਵੀ ਵਿਰਲਾਪ ਕਰ ਰਹੀ ਹੈ। ਸੱਚੇ ਪਾਤਸ਼ਾਹ ਜੀ ਨੇ ਭਾਈ ਬੱਲੂ ਜੀ ਨੂੰ ਪਾਸ ਬੁਲਾਇਆ ਹੈ ਤੇ ਪੁੱਛਿਆ ਕਿ ਜਾ ਕੇ ਪੁੱਛੋ ਇਸ ਇਸਤਰੀ ਦੇ ਵਿਰਲਾਪ ਕਰਨ ਦਾ ਕੀ ਕਾਰਨ ਹੈ। ਫਿਰ ਭਾਈ ਬੱਲੂ ਜੀ ਨੇ ਸਾਰੀ ਦੱਸੀ ਹੈ ਵਾਰਤਾ ਕਿ ਇਸ ਦਾ ਇਕਲੌਤਾ ਪੁੱਤਰ ਜੋ 2 ਦਿਨ ਤਾਪ ਚੜ੍ਹਿਆ ਹੈ ਤੇ ਉਹ ਚੜ੍ਹਾਈ ਕਰ ਗਿਆ, ਹੁਣ ਇਸ ਦਾ ਕੋਈ ਸਹਾਰਾ ਨਹੀਂ ਰਿਹਾ, ਤੇ ਇਹ ਵਿਰਲਾਪ ਕਰ ਰਹੀ ਹੈ ਕਿ ਮੇਰੀ ਜ਼ਿੰਦਗੀ ਦਾ ਆਸਰਾ ਨਹੀਂ ਰਿਹਾ ਕੋਈ, ਹੁਣ ਜੀਣ ਦਾ ਮਕਸਦ ਕੋਈ ਨਹੀਂ ਰਿਹਾ। ਇਸ ਤਰੀਕੇ ਦੇ ਨਾਲ ਜਦੋਂ ਵਾਰ-ਵਾਰ ਇਹ ਵਿਰਲਾਪ ਕਰਦੀ ਹੈ ਤੇ ਪਾਤਸ਼ਾਹ ਜੀ ਨੇ ਭਾਈ ਬੱਲੂ ਜੀ ਨੂੰ ਆਖਿਆ ਕਿ ਇਸ ਨੂੰ ਜਾ ਕੇ ਕਹਿ ਦੇਵੋ ਅੰਮ੍ਰਿਤ ਵੇਲੇ ਦਾ ਸਮਾਂ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰੋ। ਤੁਹਾਡਾ ਪੁੱਤਰ ਜਦੋਂ ਦਿਨ ਚੜ੍ਹ ਜਾਏਗਾ ਉਸ ਵੇਲੇ ਜੀਵਤ ਹੋ ਜਾਏਗਾ। ਜਦੋਂ ਇਸ ਤਰੀਕੇ ਭਾਈ ਬੱਲੂ ਜੀ ਨੇ ਆ ਕੇ ਉਸ ਇਸਤਰੀ ਨੂੰ ਦੱਸਿਆ, ਉਸ ਨੂੰ ਆਖਿਆ ਕਿ ਤੁਸੀਂ ਚੁੱਪ ਕਰ ਜਾਵੋ, ਵਿਰਲਾਪ ਨਾ ਕਰੋ। ਉਸ ਨੂੰ ਧੀਰਜ ਤਾਂ ਆਇਆ ਹੈ, ਪਰ ਉਹ ਮਨ ਦੇ ਵਿੱਚ ਜਿਹੜਾ ਵਿਰਾਗ ਹੈ, ਜਿਹੜਾ ਦੁੱਖ ਹੈ, ਜਿਹੜੀ ਪੀੜਾ ਹੈ, ਉਸ ਕਰਕੇ ਉਹ ਵਾਰ-ਵਾਰ ਰੋ ਰਹੀ ਹੈ, ਉੱਚੀ ਉੱਚੀ ਵਿਰਲਾਪ ਕਰੀ ਕਿ ਪਾਤਸ਼ਾਹ ਜੀ ਤੁਸੀਂ ਹੀ ਮੇਰਾ ਸਹਾਰਾ ਹੋ, ਤੁਸੀਂ ਹੀ ਮੇਰਾ ਆਸਰਾ ਹੋ, ਤੇ ਤੁਸੀਂ ਸਾਰਾ ਕੁਝ ਕਰਨ ਦੀ ਸਮਰੱਥਾ ਵਾਲੇ ਹੋ। ਜਿਵੇਂ ਮੰਨ ਲਓ ਕਿ ਉਹ ਕਹਿ ਰਹੀ ਹੋਵੇ ਕਿ ਸਵੇਰ ਤੱਕ ਦੀ ਉਡੀਕ ਮੈਂ ਨਹੀਂ ਕਰ ਸਕਦੀ, ਉਸ ਦੀ ਪੀੜਾ, ਉਸ ਦਾ ਦਰਦ ਇੰਝ ਬਿਆਨ ਕਰੀਏ ਕਿ ਮੇਰਾ ਤਾਂ ਪੁੱਤਰ ਚਲਿਆ ਗਿਆ, ਕਿ ਮੈਨੂੰ ਵਿਛੋੜਾ ਸਿਆ ਨਹੀਂ ਜਾ ਰਿਹਾ, ਇਸ ਤਰੀਕੇ ਹੁਣੇ ਹੀ ਮੈਂ ਆਪਣੇ ਪੁੱਤਰ ਨੂੰ ਮਿਲਣਾ ਲੋਚਦੀ ਹਾਂ। ਜਦੋਂ ਉਹ ਇਸ ਤਰੀਕੇ ਵਿਰਲਾਪ ਕਰਨੋਂ ਹਟੀ ਨਹੀਂ ਤਾਂ ਪਾਤਸ਼ਾਹ ਜੀ ਆਪ ਚੱਲ ਕਰਕੇ ਆਏ ਹਨ। ਫਿਰ ਦੇਖਿਆ ਕਿ ਉਸ ਦਾ ਪੁੱਤਰ ਜਿਹੜਾ ਧਰਤੀ 'ਤੇ ਲੇਟਿਆ ਮਰ ਚੁੱਕਿਆ ਹੈ, ਉਸ ਨੂੰ ਪਾਤਸ਼ਾਹੀ ਨੇ ਆਪਣੇ ਚਰਨਾਂ ਦੇ ਨਾਲ ਸਪਰਸ਼ ਕੀਤਾ ਹੈ ਤੇ ਫਿਰ ਉਹ ਪੁੱਤਰ ਜੀਵਤ ਹੋ ਗਿਆ।
ਉਹ ਮਾਤਾ ਬੜੀ ਪ੍ਰਸੰਨ ਹੋਈ ਹੈ, ਉਸ ਦਾ ਪੁੱਤਰ ਵੀ ਬੜਾ ਪ੍ਰਸੰਨ ਹੋਇਆ ਹੈ। ਆਪਣੇ ਪੁੱਤਰ ਦੇ ਨਾਲ ਉਹ ਆਪਣੇ ਘਰ ਚਲੀ ਗਈ। ਇਸ ਤਰੀਕੇ ਫਿਰ ਪਾਤਸ਼ਾਹ ਜੀ ਨੇ ਭਾਈ ਬੱਲੂ ਜੀ ਦੇ ਨਾਲ ਬਚਨ ਕੀਤੇ ਨੇ ਕਿ ਇਸ ਤਰੀਕੇ ਮ੍ਰਿਤਕ ਪ੍ਰਾਣੀ ਨੂੰ ਜਿਵਾਲ ਦੇਣ ਵਾਲੀ ਜਿਹੜੀ ਇਹ ਬਾਤ ਹੈ, ਇਹ ਗੱਲ ਹੈ, ਠੀਕ ਨਹੀਂ। ਇਸ ਕਰਕੇ ਹੁਣ ਇਸ ਤੋਂ ਪਿੱਛੋਂ ਜਿਤਨਾ ਚਿਰ ਵੀ ਅਸੀਂ ਸਰੀਰ ਕਰਕੇ ਇੱਥੇ ਰਵਾਂਗੇ, ਕੋਈ ਕਿਸੇ ਦਾ ਭਰਤਾ, ਕਿਸੇ ਦਾ ਪਤੀ, ਕਿਸੇ ਦਾ ਪੁੱਤਰ, ਕਿਸੇ ਦਾ ਭਰਾ ਚੜ੍ਹਾਈ ਨਹੀਂ ਕਰੇਗਾ। ਇਹ ਵਚਨ ਗੁਰੂ ਪਾਤਸ਼ਾਹ ਜੀ ਦੇ ਸੱਚ ਹੋਏ। ਜਿਤਨਾ ਚਿਰ ਪਾਤਸ਼ਾਹ ਜੀ ਸਰੀਰ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਰਹੇ, ਉਹਨਾਂ ਚਿਰ ਕਿਸੇ ਦੇ ਘਰ ਵਿੱਚੋਂ ਰੋਣ ਦੀ, ਕੁਰਲਾਉਣ ਦੀ ਆਵਾਜ਼ ਨਹੀਂ ਆਈ। ਪਾਤਸ਼ਾਹ ਜੀ ਦੇ ਬਾਣੀ ਦੇ ਬਚਨ ਨੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾਹੂ ਨਾ ਤੂੰ ਨਹਿ ਛੁਟੇ ਨਿਕਟ ਨਾ ਜਾਈਓ ਦੂਤ। ਇਹਨਾਂ ਬਚਨਾਂ ਦੇ ਅਨੁਸਾਰ ਮੰਨ ਲਓ ਕਿ ਜਮਦੂਤ ਨੂੰ ਵੀ ਰੋਕ ਦਿੱਤਾ ਕਿ ਤੁਸੀਂ ਉਤਨਾ ਚਿਰ ਇਸ ਨਗਰੀ ਵੱਲ ਨਹੀਂ ਆਉਣਾ। ਇਸ ਤਰੀਕੇ ਸਾਰੇ ਨਗਰ ਨਿਵਾਸੀ ਬੜੇ ਹੀ ਖੁਸ਼ੀ ਵਸ ਰਹੇ ਹਨ ਤੇ ਸੱਚੇ ਪਾਤਸ਼ਾਹ ਜੀ ਦੇ ਗੁਣ ਗਾ ਰਹੇ ਨੇ ਤੇ ਪਾਤਸ਼ਾਹ ਜੀ ਦਾ ਧੰਨਵਾਦ ਕਰਦੇ ਨੇ। ਜਿਤਨਾ ਚਿਰ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ, ਉਤਨਾ ਚਿਰ ਇਸ ਤਰੀਕੇ ਹੀ ਸਾਰਾ ਵਰਤਾਰਾ ਹੁੰਦਾ ਰਿਹਾ। ਇੱਥੋਂ ਤੱਕ ਆਪ ਜੀ ਨੇ ਪਿਛਲੇਰਾ ਇਤਿਹਾਸ ਸਰਵਣ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਅਗਲੇਰਾ ਇਤਿਹਾਸ ਜੋ ਕਵੀ ਜੀ ਨੇ ਕਲਮਬੰਦ ਕੀਤਾ ਹੈ ਉਸ ਨੂੰ ਸਰਵਣ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ, ਰਸਨਾ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੁਤ ਪਰਿਵਾਰ ਬਸੇ ਸੁਖ ਪਾਈ। ਸਾਰੇ ਹੀ ਪਰਿਵਾਰ ਜਿਤਨੇ ਵੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਵਸਦੇ ਹਨ, ਉਹ ਸੁਖੀ ਵਸ ਰਹੇ ਹਨ। ਉਹਨਾਂ ਨੂੰ ਹੁਣ ਕਿਸੇ ਤਰ੍ਹਾਂ ਦੇ ਨਾਲ ਡਰ ਨਹੀਂ ਹੈ। ਜਮ ਕੋ ਤਰਾਸ ਵਿਦਿਓ ਬਿਸਰਾਈ। ਕਿਉਂਕਿ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਜਿਹੜਾ ਡਰ ਸੀ ਮੌਤ ਦਾ, ਉਹ ਮਿਟਾ ਦਿੱਤਾ ਹੈ। ਅਚਰਜ ਚਰਤ ਗੁਰੂ ਕੇ ਮਹਾ। ਹੈਰਾਨੀਜਨਕ ਜਿਹੜੇ ਕੌਤਕ ਸੱਚੇ ਪਾਤਸ਼ਾਹ ਜੀ ਨੇ ਉਸ ਥਾਈ ਵਰਤਾਏ ਹਨ। ਦੀਪਕ ਬਰੈ ਤੇਲ ਨਹਿ ਜਹਾਂ। ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਕਵੀ ਜੀ ਕਲਮਬੰਦ ਕਰ ਰਹੇ ਨੇ ਕਿ ਐਵੇਂ ਵਰਤਾਏ ਕੌਤਕ ਕਿ ਮੰਨ ਲਓ ਕਿ ਦੀਵੇ ਦੇ ਵਿੱਚ, ਦੀਪਕ ਜਿਹੜਾ ਉਹਦੇ ਵਿੱਚ ਤੇਲ ਹੁੰਦਾ ਹੈ, ਬੱਤੀ ਹੁੰਦੀ ਹੈ, ਫਿਰ ਉਹਦੇ ਵਿੱਚ ਜਿੰਨਾ ਚਿਰ ਤੇਲ ਰਵੇਗਾ ਉਹਨਾਂ ਚਿਰ ਹੀ ਉਹ ਰੌਸ਼ਨੀ ਕਰਦਾ ਹੈ, ਅਗਨ ਬਲਦੀ ਹੈ, ਦੀਵਾ ਬਲਦਾ ਹੈ। ਤੇ ਮੰਨ ਲਓ ਕਿ ਗੁਰੂ ਪਾਤਸ਼ਾਹ ਨੇ ਇਹੋ ਜਿਹੇ ਕੌਤਕ ਵਰਤਾਏ ਕਿ ਤੇਲ ਵੀ ਨਾ ਹੋਵੇ ਤੇ ਫਿਰ ਵੀ ਉਹ ਜਿਹੜਾ ਦੀਵਾ ਹੈ ਉਹਦੇ ਵਿੱਚ ਬੱਤੀ ਜਿਹੜੀ ਸੁੱਕੀ ਤਾਂ ਵੀ ਉਹ ਬਲ ਰਿਹਾ ਹੈ। ਭਾਵ ਜਿਸ ਦੀ ਸਵਾਸ ਮੁੱਕ ਚੁੱਕੇ ਸਨ, ਪਰਮਾਤਮਾ ਨੇ ਉਸ ਦੀ ਆਰਜਾ ਖਤਮ ਹੋ ਗਈ ਸੀ। ਜਦੋਂ ਪਾਤਸ਼ਾਹ ਜੀ ਦੇ ਉਸ ਦੇ ਵਿਰਲਾਪ ਉਸਨੇ ਕੀਤਾ ਜਾਂ ਪਾਤਸ਼ਾਹ ਜੀ ਨੇ ਵੇਖਿਆ ਕਿ ਜਿਤਨਾ ਚਿਰ ਅਸੀਂ ਹਾਂ ਉਹਨਾਂ ਚਿਰ ਹੁਣ ਇਹ ਅੱਗੇ ਤੋਂ ਕੋਈ ਵਿਰਲਾਪ ਨਹੀਂ ਕਰੇਗਾ। ਮੰਨ ਲਓ ਇਹੋ ਜਿਹੀ ਖੇਡ ਪਾਤਸ਼ਾਹ ਜੀ ਨੇ ਵਰਤਾਈ ਹੈ। ਦੀਪਕ ਭਰੈ ਤੇਲ ਨਹਿ ਜਾਂ, ਜਿੱਥੇ ਤੇਲ ਵੀ ਨਹੀਂ ਸੀ ਦੀਵੇ ਦੇ ਵਿੱਚ, ਉਹ ਵੀ ਦੀਵਾ ਬਲਦਾ ਹੈ। ਭਾਵ ਲੋਕ ਖੁਸ਼ੀ ਵਸਦੇ ਹਨ, ਜੀਵਤ ਵਸਦੇ ਹਨ। ਸਿਕਤਾ ਮਹਿ ਤੇ ਤੇਲ ਨਿਕਾਸਾ। ਸਿਕਤਾ ਭਾਵ ਬਾਲੂ ਦੇ ਵਿੱਚੋਂ, ਰੇਤਾ ਦੇ ਵਿੱਚੋਂ, ਰੇਤ ਦੇ ਵਿੱਚੋਂ ਵੀ ਪਾਤਸ਼ਾਹ ਜੀ ਤੇਲ ਨਿਕਾਲ ਦੇਣ। ਭਾਵ ਇਹੋ ਜੀ ਸਮਰਥਾ ਵਾਲੇ ਹਨ। ਸਿਕਤਾ ਕੋ ਜਲ ਕਰ ਤ੍ਰਿਪਤਾਸ। ਤੇ ਜਿੱਥੇ ਕੋਈ ਪਾਣੀ ਦੀ ਹੋਂਦ ਵੀ ਨਹੀਂ ਹੋਵੇ, ਜਿੱਥੇ ਮਾਰੂਥਲ ਹੋਣ, ਰੇਤ ਹੀ ਰੇਤ ਹੋਵੇ, ਉੱਥੇ ਵੀ ਕਿਰਪਾ ਕਰਕੇ ਪਾਣੀ ਦੇ ਅਥਾਹ ਸਮੁੰਦਰ ਵਹਾ ਦਿੰਦੇ ਨੇ। ਇੰਨਾ ਜ਼ਿਆਦਾ ਪਾਣੀ ਜਲ ਥਲ ਕਰ ਸਕਦੇ ਹਨ। ਜਲ ਪਰ ਪਾਵਕ ਪਰਮ ਭਰਿਆਰਾ। ਇਹ ਕਿਰਪਾ ਕਰ ਸਕਦੇ ਨੇ ਕਿ ਜਲ ਦੇ ਉੱਤੇ ਪਾਵਕ ਦਾ ਭਾਵ ਅਗਨੀ, ਭਾਵ ਜਿਹੜੀ ਕਿ ਇੱਕ ਦੂਜੇ ਦੇ ਵਿਰੋਧੀ ਨੇ। ਜਲ ਤੇ ਅਗਨੀ ਦਾ ਇੱਕ ਦੂਜੇ ਨਾਲ ਮੇਲ ਨਹੀਂ, ਪਰ ਜੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਉਹ ਜਲ ਦੇ ਉੱਤੇ ਵੀ ਅਗਨੀ ਬਾਲ ਸਕਦੇ ਹਨ। ਪਾਵਕ ਚੰਦਰ ਸਦ੍ਰਿਸ਼ ਕਰ ਡਾਰੈ। ਜਿਹੜਾ ਚੰਦਰਮਾ ਹੈ ਉਹ ਠੰਡਕ ਵਾਲਾ ਹੁੰਦਾ ਹੈ ਤੇ ਅਗਨੀ ਭਾਵ ਸੂਰਜ ਚੰਦਰਮਾ, ਇੱਥੇ ਪਾਵਕ ਕਿਆ ਅੱਗ ਨੂੰ, ਪਾਵਕ ਚੰਦਰ ਸਦ੍ਰਿਸ਼ ਕਰ ਡਾਰੇ, ਭਾਵ
ਠੰਡਕ ਤੇ ਸੂਰਜ ਭਾਵ ਗਰਮੀ ਅਤੇ ਸਰਦੀ, ਸੂਰਜ ਚੰਦਰਮਾ ਨੂੰ ਵੀ ਇੱਕ ਕਰ ਸਕਦੇ ਹਨ। ਚੰਦ ਦਨਿੰਦ ਮਨਿੰਦ ਬਨਾਵਾ, ਚੰਦਰਮਾ ਨੂੰ ਸੂਰਜ ਦੇ ਵਾਂਗੂ ਠੰਡਾ ਕਰ, ਸੂਰਜ ਨੂੰ ਚੰਦਰਮਾ ਵਾਂਗੂ ਠੰਡਾ ਕਰ ਸਕਦੇ ਹਨ। ਚਿਤ ਪਰਿਆਣ ਦਨਿੰਦ ਸੁਭਾਵਾ, ਧਰਤੀ ਦੇ ਉੱਤੇ ਜਿਹੜਾ ਸੂਰਜ ਹੈ ਉਹ ਵੀ ਲਿਆ ਸਕਦੇ ਹਨ, ਭਾਵ ਸੂਰਜ ਜਿਹੜਾ ਧਰਤੀ ਤੋਂ ਕਿਤਨਾ ਦੂਰੀ ਤੇ ਹੈ ਤੇ ਉਹਦੀ ਤਪਸ ਸਾਨੂੰ ਪੈਂਦੀ ਹੈ। ਸਾਡੇ ਜੋ ਸਰੀਰ ਦਾ ਜਿਵੇਂ ਵਿਕਾਸ ਵੱਧਦਾ ਫੁੱਲਦਾ, ਸਾਡੇ ਇੱਥੇ ਧਰਤੀ ਦੇ ਉੱਤੇ ਅਨਾਜ ਉਪਜਦਾ ਹੈ, ਭਾਵ ਇਹ ਸਾਰੀ ਪਰਮਾਤਮਾ ਨੇ ਖੇਡ ਵਰਤਾਈ ਹੈ। ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਚਾਹੁਣ ਤਾਂ ਧਰਤੀ ਦੇ ਉੱਤੇ ਵੀ ਸੂਰਜ ਨੂੰ ਲਿਆ ਸਕਦੇ ਹਨ। ਚਿਤ ਕੋ ਬਾਹੂ ਸਮਾਨ ਚਲਾਵਾ, ਤੇ ਧਰਤੀ ਨੂੰ ਵਾਯੂ ਸਮਾਨ ਭਾਵ ਹਵਾ ਦੇ ਸਮਾਨ ਚਲਾ ਸਕਦੇ ਹਨ। ਵਾਯੂ ਕੋ ਸਮਮੇਰ ਟਿਕਾਵਾ, ਜਿਵੇਂ ਸੁਮੇਰ ਪਰਬਤ ਇੱਕ ਜਗ੍ਹਾ ਦੇ ਉੱਤੇ ਟਿਕਿਆ ਹੈ, ਉਹ ਹਿਲਦਾ ਨਹੀਂ, ਪਰ ਹਵਾ ਜਿਹੜੀ ਉਹ ਗਤੀਸ਼ੀਲ ਭਾਵ ਹਵਾ ਜਿਹੜੀ ਉਹ ਵੇਗ ਵਿੱਚ ਚੱਲਦੀ ਹੈ, ਇਹ ਕਿਸੇ ਸੱਜੇ ਪਾਸੇ ਖੱਬੇ ਪਾਸੇ। ਜੇ ਪਾਤਸ਼ਾਹ ਜੀ ਚਾਹੁਣ ਤੇ ਹਵਾ ਨੂੰ ਵੀ ਮੇਰ ਪਰਬਤ ਵਾਂਗ ਟਿਕਾ ਦੇਣ, ਭਾਵ ਰੋਕ ਦੇਣ। ਮੇਰ ਧੂਰ ਕਨ ਕਰ ਹੈ ਉਡਾਵਾ, ਤੇ ਜੇ ਪਾਤਸ਼ਾਹ ਜੀ ਚਾਹੁਣ ਤਾਂ ਸਮੇਰ ਪਰਬਤ ਜਿਹੜਾ ਹਿਲ ਨਹੀਂ ਸਕਦਾ, ਉਸ ਨੂੰ ਵੀ ਧੂਰ ਕਣ ਭਾਵ ਛੋਟੇ ਛੋਟੇ ਕਣਾਂ ਦੇ ਵਾਂਗ ਖਿਲਾਰ ਦੇਣ, ਹਵਾ ਵਿੱਚ ਉਡਾ ਦੇਣ। ਧੂਲੀ ਕਨ ਕੋ ਸੈਲ ਬਣਾਵਾ, ਤੇ ਮਿੱਟੀ ਦੇ ਕਣਾਂ ਤੋਂ ਇਕੱਠਿਆਂ ਕਰਕੇ ਵੱਡੇ ਸਾਰੇ ਪਹਾੜ ਬਣਾ ਦੇਣ। ਇਹ ਪਾਤਸ਼ਾਹ ਜੀ ਦਾ ਇਹ ਗੁਣ ਹੈ, ਇਹ ਪਾਤਸ਼ਾਹੀ ਦੀ ਵਡਿਆਈ ਹੈ। ਸੈਲ ਤੁੰਗ ਥਲ ਗਰਤ ਦੇਹ ਕਰ, ਤੇ ਜਿਹੜਾ ਵੱਡੇ ਸਾਰੇ ਪਹਾੜ ਦੇ ਉੱਤੇ ਵਸਦਾ ਹੋਵੇ, ਜਿਹੜਾ ਉੱਚੇ ਪਹਾੜ ਤੇ ਰਹਿਣ ਵਾਲਾ ਹੋਵੇ, ਉਸ ਨੂੰ ਵੀ ਵੱਡੀਆਂ ਵੱਡੀਆਂ ਖਾਈਆਂ ਖਾਤੇ ਵਿੱਚ ਪਾ ਦੇਣ, ਭਾਵ ਜਿਹੜਾ ਕੋਈ ਹੰਕਾਰ ਦੇ ਬੋਲ ਬੋਲਦਾ ਹੈ ਉਸ ਦਾ ਹੰਕਾਰ ਚੂਰ ਚੂਰ ਕਰ ਦਿੰਦੇ ਹਨ। ਗਰਤ ਗਿਰੇ ਕੋ ਦੇਹ ਸੁਗਰਬਰ, ਜੇ ਕਿਸੇ ਤਰੀਕੇ ਨਾਲ ਗਰਤ ਕਰੇ ਕੋ ਦੇਹ ਸੁਗਰਬਰ, ਸੁਰਗ ਦਾ ਦੇਵਤਾ ਜੇ ਕਿਤੇ ਹੰਕਾਰ ਕਰ ਲਵੇ ਕਿ ਮੈਂ ਜਾਂ ਮੇਰੇ ਵਿੱਚ ਜਿਹੜੀ ਸਮਰੱਥਾ ਹੈ, ਜਿਹੜੀ ਮੇਰੇ ਵਿੱਚ ਪਾਵਰ ਹੈ, ਉਹ ਕਿਸੇ ਹੋਰ ਵਿੱਚ ਨਹੀਂ, ਤਾਂ ਉਸ ਦਾ ਵੀ ਹੰਕਾਰ ਨੀਵਾਂ ਕਰ ਦਿੰਦੇ ਹਨ। ਸੁਰਗ ਦੇਵ ਆਵਗਿਅਕ ਹੋਏ, ਉਸ ਦੀ ਅਵਗਿਆ ਕੀਤੀ ਹੋਈ ਜਾਂ ਉਸ ਦਾ ਜਿਹੜਾ ਉਹ ਆਪਣੇ ਆਪ ਦੇ ਹੰਕਾਰ ਦੇ ਵਿੱਚ ਜੇ ਆ ਜਾਂਦਾ ਹੈ ਤਾਂ ਗੇਰ ਹੈ ਨਰਕ ਨ ਬਿਲ ਮੈਂ ਕੋਏ, ਉਸ ਨੂੰ ਵੀ ਨਰਕ ਦੇ ਵਿੱਚ ਗੇਰ ਦੇਣ, ਭਾਵ ਇੱਕ ਰੱਤੀ ਪਰ ਸਮਾਂ, ਇੱਕ ਛਿਣ ਪਾਤਰ ਦਾ ਸਮਾਂ ਨਾ ਲੱਗੇ। ਇੰਨਾ ਜ਼ਿਆਦਾ ਇਹ ਸੱਚੇ ਪਾਤਸ਼ਾਹ ਦੀ ਵਡਿਆਈ ਹੈ। ਨਰਕ ਜਾਤਨਾ ਜੀਵ ਜੋ ਸਹ, ਤੇ ਜਿਹੜਾ ਕੋਈ ਨਰਕ ਦੀ ਜਾਚਨਾ ਸਹਿ ਰਿਹਾ ਹੋਵੇ, ਭਾਵ ਜਿਹੜਾ ਕੋਈ ਦੁੱਖ ਵਾਲੀ ਜਾਂ ਨਰਕ ਵਾਲੀ ਜ਼ਿੰਦਗੀ ਜੀ ਰਿਹਾ ਹੋਵੇ, ਉਸ ਦੀ ਜ਼ਿੰਦਗੀ ਨੂੰ ਬਦਲ ਦਿੰਦੇ ਨੇ। ਇਹ ਹੋਇਆ ਹੈ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਜਿਹੜਾ ਪ੍ਰੇਮੇ ਨਾਮ ਦਾ ਇੱਕ ਵਿਅਕਤੀ ਜਿਹੜਾ ਲਾਹੌਰ ਦਾ ਰਹਿਣ ਵਾਲਾ ਸੀ, ਉਸ ਦੀ ਜ਼ਿੰਦਗੀ ਨਰਕ ਭਰੀ ਸੀ, ਜਿਸ ਨੇ ਕਿ ਆਪਣੇ ਸਰੀਰ ਦੇ ਉੱਤੇ ਆਪਣੇ ਕਰਮਾਂ ਦੇ ਕਰਕੇ ਕੋੜ ਦਾ ਰੋਗ ਲੈ ਲਿਆ ਸੀ। ਤੇ ਫਿਰ ਉਸ ਦੀ ਕਿਸੇ ਨੇ ਬਾਂਹ ਨਹੀਂ ਸੀ ਫੜੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪ੍ਰੇਮੇ ਕੋੜੀ ਨੂੰ ਆਪਣੇ ਪਾਸ ਰੱਖਿਆ, ਉਸ ਦਾ ਇਲਾਜ ਵੀ ਕਰਾਇਆ, ਉਸ ਦੀ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢਿਆ ਤੇ ਫਿਰ ਉਸ ਨੂੰ ਚੰਗਾ ਇਨਸਾਨ ਬਣਾਇਆ। ਭਾਵ ਕਹਿੰਦੇ ਜਿਹੜਾ ਨਰਕ ਵਰਗੀ ਜ਼ਿੰਦਗੀ ਜੀ ਰਿਹਾ ਹੋਵੇ, ਉਸ ਨੂੰ ਸਵਰਗ ਵਾਲੀ ਜ਼ਿੰਦਗੀ ਦੇ ਵਿੱਚ ਦੇ ਦਿੰਦੇ ਹਨ। ਗੁਰ ਕਰੁਣਾ ਤੇ ਮੁਕਤ ਸੁਲਾਹ, ਨਰਕ ਵਾਲੀ ਜ਼ਿੰਦਗੀ ਦੇ ਵਿੱਚ ਜੀਉਣ ਵਾਲਾ, ਨਰਕ ਵਿੱਚ ਜੀਉਣ ਵਾਲਾ ਵੀ ਗੁਰੂ ਦੀ ਕਿਰਪਾ ਦੇ ਨਾਲ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਵਿਦ ਪਰਪੰਚ ਮਿਰਜਾਦ ਬਿਗਾਰੈ, ਜਿਹੜੀ ਵਿਧਾਤਾ ਨੇ ਸੰਸਾਰ ਦੀ ਮਰਿਆਦਾ ਬਣਾਈ ਹੈ, ਉਸ ਨੂੰ ਵੀ ਉਲਟਾ ਸਕਦੇ ਹਨ। ਜਿਵੇਂ ਕਿਸੇ ਦਾ ਪਿੱਛੇ ਆਪ ਜੀ ਸਰਵਣ ਕਰ ਰਹੇ ਹੋ ਕਿ ਚੜ੍ਹਾਈ ਕਰ ਗਿਆ ਸੀ ਪੁੱਤਰ ਜਾਂ ਕਿਸੇ ਦਾ ਪਤੀ ਭਰਤਾ, ਉਹ ਵੀ ਪਾਤਸ਼ਾਹੀ ਨੇ ਕਿਰਪਾ ਕਰਕੇ ਕੌਤਕ ਵਰਤਾਇਆ, ਜੀਵਤ ਕਰ ਦਿੱਤਾ, ਭਾਵ ਵਿਧਾਤਾ ਦੇ ਅਸੂਲਾਂ ਨੂੰ ਵੀ ਉਲਟਾ ਸਕਦੇ ਹਨ। ਬਿਗੜੇ ਕੀ ਮਿਰਜਾਦ ਸੁਧਾਰੈ, ਤੇ ਜਿਹੜਾ ਵਿਗੜਿਆ ਹੋਇਆ ਹੈ ਉਸ ਦੀ ਮਰਿਆਦਾ ਨੂੰ ਸੁਧਾਰਨ ਵਾਲੇ ਹਨ। ਅਚਲ ਚਲਾਵੈ ਚਲਤ ਥਿਰਾਵੈ, ਜਿਹੜੀ ਚੀਜ਼ ਅਚਲ ਹੈ, ਜਿਵੇਂ ਦਰਖਤ, ਕੋਈ ਇਮਾਰਤ ਜਿਹੜੀ ਚੱਲ ਨਹੀਂ ਸਕਦੀ, ਜਾਂ ਕੋਈ ਵੱਡੇ ਵੱਡੇ ਪਹਾੜ, ਅਚਲ ਚਲਾਵੇ ਚਲਤ ਥਿਰਾਵੇ, ਤੇ ਜਿਹੜੇ ਚੱਲਦੇ ਹਨ, ਜਿਵੇਂ ਕੋਈ ਜੀਵ ਅਸੀਂ ਚੱਲਦੇ ਹਾਂ, ਪੰਛੀ ਚੱਲਦੇ ਉੱਡਦੇ ਹਨ, ਕੋਈ ਜਾਨਵਰ ਪਸ਼ੂ ਆਦਿ ਚੱਲਦੇ ਹਨ, ਉਹ ਰੁਕ ਜਾਣ, ਭਾਵ ਚੱਲਣ ਵਾਲਿਆਂ ਨੂੰ ਅਚਲ
ਜਿਹੜੇ ਨਾ ਚੱਲਣ ਵਾਲੇ ਹਨ ਉਹਨਾਂ ਨੂੰ ਅਚਲ ਕਰ ਦੇਣ, ਭਾਵ ਰੋਕ ਦੇਣ। ਇਸ ਤਰੀਕੇ ਦੇ ਕੌਤਕ ਵਰਤਾਉਂਦੇ ਹਨ। ਰਾਓ ਰੰਕ ਰਾਓ ਬਣਾਵੈ। ਰਾਓ ਰੰਕ, ਰਾਜੇ ਨੂੰ ਕੰਗਾਲ ਬਣਾ ਦੇਣ ਅਤੇ ਰੰਕ ਰਾਓ ਬਣਾਏ, ਭਾਵ ਜਿਹੜਾ ਗਰੀਬ ਹੈ ਉਸ ਨੂੰ ਅਮੀਰ ਬਣਾ ਦੇਣ ਤੇ ਜਿਹੜਾ ਅਮੀਰ ਹੈ ਉਸ ਨੂੰ ਗਰੀਬ ਬਣਾ ਦੇਣ ਦੀ ਸਮਰੱਥਾ ਮੇਰੇ ਪਾਤਸ਼ਾਹ ਵਿੱਚ ਹੈ। ਇਮ ਅਚਰਜ ਸਤਿਗੁਰ ਕੇ ਖੇਲ। ਇਹ ਹੈਰਾਨੀਜਨਕ ਕੌਤਕ ਸੱਚੇ ਪਾਤਸ਼ਾਹ ਜੀ ਵਰਤਾਉਂਦੇ ਹਨ। ਜਿਨ ਕੋ ਕੋਈ ਨਾ ਸਾਕਸ ਪੇਲ। ਜਿਨ੍ਹਾਂ ਦੀ ਕੋਈ ਵੀ ਬਰਾਬਰੀ ਨਹੀਂ ਕਰ ਸਕਦਾ, ਜਿਨ੍ਹਾਂ ਦਾ ਕੋਈ ਵੀ ਉਲਟਾ ਨਹੀਂ ਸਕਦਾ, ਇਹ ਸੱਚੇ ਪਾਤਸ਼ਾਹ ਦੇ ਕੌਤਕ ਹਨ। ਚਾਹੇ ਸੁਕਰ ਹੈ ਪ੍ਰਭੂ ਸਮਰੱਥ। ਜੋ ਚਾਹਣ ਉਹ ਕਰ ਸਕਦੇ ਹਨ ਸਮਰਥਾਵਾਨ ਦਾਤਾ ਜੀ। ਜਿਨ੍ਹਾਂ ਦੀ ਬਾਬਤ ਭੱਟ ਭੱਲ ਜੀ ਨੇ ਪਾਵਨ ਬਚਨ ਉਚਾਰਨ ਕੀਤੇ ਹਨ ਕਿ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੀਆਂ ਵਡਿਆਈਆਂ ਕੀ ਹਨ। ਸੱਚੇ ਪਾਤਸ਼ਾਹ ਦੀਆਂ ਵਡਿਆਈਆਂ ਕਰਦੇ ਹੋਇਆਂ ਭੱਟ ਭੱਲ ਜੀ ਉਚਾਰਨ ਕਰਦੇ ਹਨ ਕਿ ਜਿਹੜੇ ਜਦੋਂ ਵਰਖਾ ਹੁੰਦੀ ਹੈ ਧਰਤੀ ਦੇ ਉੱਤੇ, ਵਰਖਾ ਦੀਆਂ ਜਿਹੜੀਆਂ ਕਣੀਆਂ ਪੈਂਦੀਆਂ ਹਨ ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕਿ ਕਿਤਨੀਆਂ ਕਣੀਆਂ ਡਿੱਗਦੀਆਂ ਨੇ, ਕੀ ਗਿਣਤੀ ਹੋ ਸਕੇ। ਫਿਰ ਜਿਹੜੀ ਧਰਤੀ ਦੇ ਉੱਤੇ ਬਨਸਪਤੀ ਹੈ, ਕਿਤਨੇ ਜੋ ਦਰਖਤ ਹਨ, ਇਹਨਾਂ ਦੀ ਵੀ ਕੋਈ ਗਿਣਤੀ ਮਿਣਤੀ ਨਹੀਂ। ਫਿਰ ਅੱਗੇ ਕਹਿੰਦੇ ਬਸੰਤ ਦੀ ਰੁੱਤ ਦੇ ਵਿੱਚ ਜਿਹੜੇ ਫੁੱਲ ਖਿੜਦੇ ਹਨ, ਕਿੰਨੀਆਂ ਕਿਸਮਾਂ ਦੇ ਨੇ, ਕਿੰਨੇ ਫੁੱਲ ਨੇ, ਇਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ। ਫਿਰ ਜਿਹੜਾ ਅੱਗੇ ਦੱਸਦੇ ਨੇ ਸੂਰਜ ਤੇ ਚੰਦਰਮਾ, ਜਦੋਂ ਸੂਰਜ ਨਿਕਲਦਾ ਹੈ ਉਹਦੀਆਂ ਕਿਰਨਾਂ ਧਰਤੀ ਦੇ ਉੱਤੇ ਪੈਂਦੀਆਂ ਹਨ, ਉਹਨਾਂ ਕਿਰਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਚੰਦਰਮਾ ਦੀਆਂ ਕਿਰਨਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਹੜਾ ਸਮੁੰਦਰ ਹੈ ਉਹ ਅਥਾਹ ਡੂੰਘਾ ਹੈ, ਉਹਦੇ ਵਿੱਚ ਪਤਾ ਨਹੀਂ ਕਿੰਨੇ ਹੀਰੇ ਜਵਾਹਰਾਤ ਤੇ ਕੀਮਤੀ ਰਤਨ ਪਦਾਰਥ ਨਿਕਲਦੇ ਨੇ। ਉਹ ਕਿੰਨਾ ਡੂੰਘਾ ਹੈ, ਕੀ ਕੁਝ ਉਹਦੇ ਵਿੱਚ ਲੁਕਿਆ ਹੈ, ਕੋਈ ਗਿਣਤੀ ਨਹੀਂ ਕਰ ਸਕਦਾ। ਫਿਰ ਕਹਿੰਦੇ ਗੰਗਾ, ਜਿਹੜੀ ਗੰਗਾ ਦੀਆਂ ਤਰੰਗਾਂ ਨੇ, ਗੰਗਾ ਨਦੀ ਦੇ ਵਿੱਚ ਜਿਹੜੇ ਪ੍ਰਵਾਹ ਚੱਲਦੇ ਨੇ, ਜਲ ਵਹਿੰਦਾ ਹੈ, ਕਿੰਨੀਆਂ ਤਰੰਗਾਂ, ਕਿੰਨੀਆਂ ਲਹਿਰਾਂ ਉੱਠਦੀਆਂ ਨੇ, ਇਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਫਿਰ ਅੱਗੇ ਦੱਸਦੇ ਨੇ ਜੇ ਗੁਰੂ ਦੀ ਕਿਰਪਾ ਹੋ ਜੇ, ਜੇ ਇੱਕ ਟਿਕ ਧਿਆਨ ਲਗਾ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਇਹਨਾਂ ਚੀਜ਼ਾਂ ਨੂੰ ਤਾਂ ਗਿਣ ਸਕਦਾ ਹੈ, ਭਾਵ ਜਿਹੜੀਆਂ ਵਰਖਾ ਦੀਆਂ ਕਣੀਆਂ ਹਨ, ਜਿਹੜਾ ਧਰਤੀ ਦੇ ਉੱਤੇ ਬਨਸਪਤੀ ਹੈ, ਜਿਹੜਾ ਬਸੰਤ ਦੀ ਰੁੱਤ ਦੇ ਵਿੱਚ ਫੁੱਲ ਖਿੜਦੇ ਨੇ, ਜਿਹੜਾ ਸੂਰਜ ਜਾਂ ਚੰਦਰਮਾ ਦੀਆਂ ਕਿਰਨਾਂ ਹਨ, ਜਾਂ ਜੋ ਸਮੁੰਦਰ ਦਾ ਅਥਾਹ ਡੂੰਘਾ ਤਲ ਹੈ, ਜਾਂ ਗੰਗਾ ਦੀਆਂ ਲਹਿਰਾਂ ਹਨ, ਇਹਨਾਂ ਸਾਰਿਆਂ ਨੂੰ ਜਿਹੜੇ ਗਿਣੇ ਨਹੀਂ ਜਾ ਸਕਦੇ, ਉਹਨਾਂ ਨੂੰ ਤਾਂ ਕੋਈ ਗੁਰੂ ਦੀ ਕਿਰਪਾ ਦੇ ਨਾਲ ਜਾਂ ਇੱਕ ਟੱਕ ਧਿਆਨ ਲਗਾ ਕੇ ਗਿਣ ਸਕਦਾ ਹੈ। ਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਤੁਹਾਡੇ ਗੁਣ ਹਨ, ਜੋ ਤੁਹਾਡੀਆਂ ਵਡਿਆਈਆਂ ਹਨ, ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ। ਪਾਵਨ ਬਚਨ ਹਨ ਕਿ ਘਨ ਹਰ ਬੂੰਦ ਬਸੋ ਰਮਾਵਲ, ਕੁਸਮ ਬਸੰਤ ਗਣੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਣ ਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹ ਹਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਗੁਣ। ਇਹ ਵਡਿਆਈਆਂ ਕਵੀ ਜੀ ਨੇ ਇੱਥੇ ਪਾਤਸ਼ਾਹ ਜੀ ਦੀ ਉਪਮਾ ਕੀਤੀ ਹੈ ਕਿ ਇੰਨੇ ਗੁਣ ਹਨ, ਇੰਨੀਆਂ ਵਡਿਆਈਆਂ ਨੇ ਕਿ ਗਿਣਤੀ ਨਹੀਂ ਕਰ ਸਕਦੇ। ਇੱਥੇ ਵੀ ਜੋ ਦੱਸ ਰਹੇ ਨੇ ਕਿ ਧਰਤੀ ਦੇ ਉੱਤੇ ਸੂਰਜ ਨੂੰ ਲਿਆ ਸਕਦੇ ਨੇ, ਚੰਦਰਮਾ ਵਾਂਗੂ ਸੂਰਜ ਨੂੰ ਠੰਡਾ ਕਰ ਸਕਦੇ ਹਨ, ਸੁਮੇਰ ਪਰਬਤ ਜਿਹੜਾ ਹਿੱਲ ਨਹੀਂ ਸਕਦਾ ਉਹਨੂੰ ਹਵਾ 'ਚ ਉਡਾ ਸਕਦੇ ਨੇ, ਤੇ ਜਿਹੜੀਆਂ ਧਰਤੀ ਦੀਆਂ ਹੋਰ ਵਸਤੂਆਂ ਨੇ ਜਾਂ ਧਰਤੀ ਦੇ ਧੂੜ ਕਣ ਨੇ ਉਹਨਾਂ ਤੋਂ ਪਹਾੜ ਬਣਾ ਸਕਦੇ ਨੇ। ਇੰਨੀਆਂ ਵਡਿਆਈਆਂ ਨੇ ਪਾਤਸ਼ਾਹ ਜੀ ਦੀਆਂ, ਇਹ ਕਵੀ ਜੀ ਬਿਆਨ ਕਰਦੇ ਹਨ। ਭੰਨਾ ਨ ਘੜਨ ਜਿਨ੍ਹਾਂ ਕੇ ਹੱਥ, ਜਿਨ੍ਹਾਂ ਦੀ ਹੱਥ ਦੇ ਵਿੱਚ ਹੈ, ਭਾਵ ਜਿਹੜੇ ਧਰਤੀ ਦੇ ਉੱਤੇ ਜੀਵਨ ਨੂੰ ਜੋ ਪੈਦਾ ਹੋ ਕੇ ਆਇਆ ਜਾਂ ਕੋਈ ਵੀ ਚੀਜ਼ ਬਣੀ ਹੈ ਜਾਂ ਬਿਣਸਣ ਵਾਲੀ ਹੈ, ਬਣਾ ਵੀ ਸਕਦੇ ਨੇ, ਮਿਟਾ ਵੀ ਸਕਦੇ ਹਨ। ਤਦਪ ਜੋ ਆਵਤ ਚਲੀ ਅਨਾਦ, ਪਰ ਫਿਰ ਵੀ ਇਹ ਜਿਹੜੀ ਮਰਿਆਦਾ ਪਰਮਾਤਮਾ ਨੇ ਬਣਾਈ ਹੋਈ ਹੈ ਉਸ ਨੂੰ ਕਾਇਮ ਰੱਖਦੇ ਹਨ। ਰਾਖਨ ਹੇਤ ਰਖੈ ਮਿਰਜਾਦ, ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਪਾਤਸ਼ਾਹ ਜੀ ਸਦਾ ਹੀ ਇਸ ਤਰ੍ਹਾਂ ਕਾਇਮ ਰੱਖਦੇ ਹਨ ਮਰਿਆਦਾ। ਦਇਆ ਸਿੰਧ ਸਿੱਖ ਵਤਸਲ ਮਹਾ, ਸੱਚੇ ਪਾਤਸ਼ਾਹ ਜੀ ਉਹਨਾਂ ਦੇ ਜਿਹੜੇ ਪਿਆਰੇ ਸਿੱਖ ਹਨ ਉਹਨਾਂ ਦੇ ਮਨਾਂ ਵਿੱਚ ਪਾਤਸ਼ਾਹੀ ਦਾ ਬੜਾ ਪਿਆਰ ਹੈ।
ਹਰ ਸਮੇਂ ਉਹ ਪਿਆਰ ਵਾਲੇ ਸਿੱਖ ਪਾਤਸ਼ਾਹੀ ਦੇ ਪਾਸ ਰਹਿੰਦੇ ਨੇ ਤੇ ਪਾਤਸ਼ਾਹ ਜੀ ਦੇ ਬਚਨ ਸਰਵਣ ਕਰਦੇ ਹਨ। ਜਸ ਵਿਸਤ੍ਰਿਤ ਭਇਓ ਜਹ ਕਹਾਂ, ਸੱਚੇ ਪਾਤਸ਼ਾਹ ਜੀ ਦਾ ਜਸ ਜਹਾਂ ਕਹਾਂ ਭਾਵ ਹਰ ਥਾਂ ਧਰਤੀ ਦੇ ਉੱਤੇ ਫੈਲਿਆ ਹੈ। ਨਿਜਪੁਰ ਮੈਂ ਗੁਰਪੁਰਖ ਆਗਾਦ, ਅਜਿਹੇ ਗੋਇੰਦਵਾਲ ਦੀ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀਆਂ ਕੋਈ ਵਡਿਆਈਆਂ ਦੀ ਕੋਈ ਗਿਣਤੀ ਨਹੀਂ, ਆਗਾਦ ਜਿਨ੍ਹਾਂ ਦਾ ਜੋ ਸੱਚੇ ਪਾਤਸ਼ਾਹ ਦੇ ਗੁਣ ਹਨ ਕਵੀ ਜੀ ਬਿਆਨ ਕਰਦੇ ਹਨ। ਵਰਜੀ ਆਦਰੋ ਵਿਆਦ ਉਪਾਦ, ਜਿਨ੍ਹਾਂ ਨੇ ਤਿੰਨ ਜਿਹੜੇ ਦੁੱਖ ਨੇ ਆਦ ਵਿਆਦ ਤੇ ਉਪਾਦ ਇਹਨਾਂ ਨੂੰ ਵੀ ਆਪਣੇ ਅਧੀਨ ਕੀਤਾ ਹੈ। ਜਿਵੇਂ ਸੱਚੇ ਪਾਤਸ਼ਾਹ ਦੇ ਬਚਨ ਨੇ ਤੀਨੇ ਤਾਪ ਨਿਵਾਰਨ ਹਾਰਾ, ਉਹ ਤਿੰਨ ਕਿਹੜੇ ਤਾਪ ਨੇ? ਆਦ ਵਿਆਦ ਉਪਾਦ। ਜਿਵੇਂ ਆਪਣੇ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ ਹੈ, ਜਿਵੇਂ ਕੋਈ ਹੋਰ ਬਿਮਾਰੀ ਲੱਗ ਜਾਂਦੀ, ਸਰੀਰ ਦੇ ਰੋਗ ਜਿਹੜੇ ਨੇ, ਤੇ ਉਸ ਤੋਂ ਬਾਅਦ ਦੂਜੇ ਹੁੰਦੇ ਨੇ ਜਿਹੜੇ ਕੋਈ ਸਾਨੂੰ ਸੱਪ ਆਦਿਕ ਡਸ ਜਾਂਦਾ ਹੈ ਜਾਂ ਕੋਈ ਜੰਗਲੀ ਜਾਨਵਰ ਜਾਂ ਕੋਈ ਕੀੜਾ ਪਤੰਗਾ ਇਸ ਤਰੀਕੇ ਦੇ ਨਾਲ ਰੋਗ ਲੱਗ ਜਾਂਦੇ ਨੇ, ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ, ਹਾੜੇ ਆ ਜਾਂਦਾ ਹੈ ਜਾਂ ਹੋਰ ਪ੍ਰਕੋਪੀ, ਇਹ ਹੁੰਦੇ ਨੇ ਆਦ ਵਿਆਦ ਉਪਾਦ। ਇਸ ਤਰੀਕੇ ਇਹਨਾਂ ਸਾਰਿਆਂ ਨੂੰ ਆਪਣੇ ਅਧੀਨ ਰੱਖਿਆ ਹੈ। ਜਿੰਨਾ ਚਿਰ ਪਾਤਸ਼ਾਹ ਜੀ ਸਰੀਰ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਰਹੇ ਉਹਨਾਂ ਚਿਰ ਇਹ ਆਦ ਵਿਆਦ ਉਪਾਦ ਵੀ ਪਾਤਸ਼ਾਹੀ ਦੇ ਅਧੀਨ ਰਹੇ। ਤਬ ਅਕਬਰ ਦਿੱਲੀ ਤੇ ਆਵਾ, ਇਸ ਵਕਤ ਅਕਬਰ ਬਾਦਸ਼ਾਹ ਦਿੱਲੀ ਤੋਂ ਹੁਣ ਆਪਣੇ ਲਾਹੌਰ ਵੱਲ ਨੂੰ ਚੱਲਣ ਵਾਸਤੇ ਉੱਥੋਂ ਦਿੱਲੀ ਤੋਂ ਰਸਤੇ ਤੋਂ ਆ ਰਿਹਾ ਸੀ। ਉਹ ਗੋਇੰਦਵਾਲ ਪਾਸ ਪਹੁੰਚਿਆ ਹੈ ਤੇ ਪਾਤਸ਼ਾਹੀ ਦੇ ਦਰਸ਼ਨਾਂ ਲਈ ਲੋਚਿਆ ਹੈ। ਸਲਤਾ ਉਤਰ ਸਿਵਰ ਨਿਜ ਪਾਵਾ, ਸਲਤਾ ਭਾਵ ਦਰਿਆ ਦੇ ਬਿਆਸ ਦੇ ਕਿਨਾਰੇ ਦੇ ਉੱਤੇ ਟਿਕਾਣਾ ਕੀਤਾ ਹੈ। ਲਾਪੁਰ ਕੋ ਗਮਨਤ ਤਹ ਰਹਿਓ, ਹੁਣ ਲਾਹੌਰ ਜਾਣਾ ਹੈ ਤੇ ਉਸ ਵਾਸਤੇ ਇੱਥੇ ਟਿਕਾਣਾ ਕੀਤਾ, ਰਸਤੇ ਵਿੱਚ ਪੜਾ ਕੀਤਾ ਹੈ। ਨਿਕਟ ਹੋਏ ਗੁਰ ਕੇ ਸਿੱਖ ਕਹਿਓ, ਹੁਣ ਜਦੋਂ ਅਕਬਰ ਬਾਦਸ਼ਾਹ ਇੱਥੇ ਬਿਆਸ ਦਰਿਆ ਦੇ ਉੱਤੇ ਆ ਕੇ ਟਿਕਾਣਾ ਕੀਤਾ ਹੈ ਤੇ ਜਿਹੜੇ ਗੁਰੂ ਸਾਹਿਬ ਜੀ ਦੇ ਸਿੱਖ ਹਨ ਉਹ ਜਦੋਂ ਹਰ ਰੋਜ਼ ਆਪੋ ਆਪਣੇ ਨਗਰਾਂ ਤੋਂ ਆ ਕਰਕੇ ਦਰਸ਼ਨ ਕਰਦੇ ਨੇ ਤੇ ਇਹਨਾਂ ਦੇ ਵਿੱਚੋਂ ਕਿਸੇ ਨੇ ਅਕਬਰ ਬਾਦਸ਼ਾਹ ਜੀ ਤੱਕ, ਜੋ ਅਕਬਰ ਬਾਦਸ਼ਾਹ ਨੂੰ ਇਹ ਖਬਰ ਪਹੁੰਚਾਈ ਹੈ, ਖਬਰ ਹੋਈ ਹੈ ਕਿ ਸੱਚੇ ਪਾਤਸ਼ਾਹ ਜੀ ਦਾ ਇੱਥੇ ਪਨਾਹ ਹੈ। ਹਜਰਤ ਸੋ ਸਤਿਗੁਰ ਇਸ ਪੁਰ ਹੈ, ਤੇ ਜਿਨ੍ਹਾਂ ਨੇ ਤੁਹਾਡੀ ਜਿੱਤ ਕਰਵਾਈ ਹੈ ਇਹ ਜਿਹੜੇ ਅਕਬਰ ਬਾਦਸ਼ਾਹ ਦੇ ਸਿਪਾਹੀ ਹਨ, ਅਕਬਰ ਪਾਤਸ਼ਾਹ ਦੇ ਜਿਹੜੇ ਅਹਿਲਕਾਰ ਹਨ ਉਹ ਦੱਸਦੇ ਹਨ ਜਿਨ ਕੋ ਬਚਨ ਆਪ ਕੋ ਫੁਰ ਹੈ, ਕਿ ਪਾਤਸ਼ਾਹ ਅਕਬਰ ਬਾਦਸ਼ਾਹ ਜੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਜਿਨ੍ਹਾਂ ਦੇ ਬਚਨਾਂ ਦੇ ਨਾਲ ਤੁਹਾਡੀ ਜਿੱਤ ਹੋਈ ਸੀ, ਐਸੇ ਪਾਤਸ਼ਾਹ ਇੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਜੀਵਾਂ ਦਾ ਉਧਾਰ ਕਰਦੇ ਹਨ। ਸੁਣੋ ਅਕਬਰ ਨੇ ਹਿਰਦੇ ਵਿਚਾਰੀ, ਅਕਬਰ ਬਾਦਸ਼ਾਹ ਜੀ ਨੇ ਜਦੋਂ ਇਹ ਗੱਲ ਸੁਣੀ ਹੈ ਕਿ ਜਿਹੜੀ ਮੇਰੀ ਜਿੱਤ ਹੋਈ ਸੀ ਚਿਤੌੜ ਗੱਲ ਦੀ, ਉਹ ਸਾਰੀ ਗੱਲ ਵਿੱਚ ਚੇਤੇ ਆਈ ਹੈ। ਗੜ ਚਿਤੌੜ ਕੀ ਬਾਤ ਚਿਤਾਰੀ, ਚਿਤੌੜ ਗੜ ਇਹ ਜਿਹੜਾ ਕਿਲ੍ਹਾ ਹੈ ਇਹ ਰਾਜਪੁਤਾਨੇ ਵਿੱਚ ਰਾਜਸਥਾਨ ਦੇ ਵਿੱਚ ਹੈ। ਇਸ ਨੂੰ 7ਵੀਂ ਸਦੀ ਈਸਵੀ ਦੇ ਵਿੱਚ ਮੋਰੀ ਰਾਜਪੂਤ ਚਿਤਰਾਂਗ ਨੇ ਬਣਵਾਇਆ ਸੀ ਤੇ ਇਸ ਦੇ ਉੱਤੇ 1361 ਈਸਵੀ ਦੇ ਵਿੱਚ ਪਹਿਲਾ ਹਮਲਾ ਕੀਤਾ ਸੀ ਅਲਾਉਦੀਨ ਖਿਲਜੀ ਨੇ। ਉਸ ਤੋਂ ਬਾਅਦ ਫਿਰ ਦੂਸਰਾ ਹਮਲਾ ਅਕਬਰ ਨੇ ਕੀਤਾ ਸੀ 1624 ਦੇ ਵਿੱਚ ਸੰਮਤ ਦੇ ਵਿੱਚ, ਤੇ ਇੱਥੇ ਰਾਣਾ ਉਦੇ ਸਿੰਘ ਨੂੰ ਜੋ ਭਜਾਇਆ ਤੇ ਇੱਥੇ ਅਕਬਰ ਦੀ ਜਿੱਤ ਹੋਈ ਸੀ। ਇਹ ਜਿਹੜਾ ਚਿਤੌੜਗੜ੍ਹ ਦੀ ਜਿੱਤ ਵਾਲੀ ਜੋ ਘਟਨਾ ਉਹ ਅਕਬਰ ਦੇ ਜੀਵਨ ਵਿੱਚ ਹੋਈ ਉਸ ਨੂੰ ਚੇਤੇ ਆਈ ਹੈ। ਧਰ ਪ੍ਰਤੀ ਦਰਸ਼ਨ ਕੋ ਚਾਹਿਓ, ਉਸ ਦੇ ਮਨ ਵਿੱਚ ਗੁਰੂ ਪਾਤਸ਼ਾਹੀ ਦੇ ਦਰਸ਼ਨਾਂ ਦੀ ਤਾਂਘ ਆਈ ਹੈ, ਬੜੀ ਸ਼ਰਧਾ ਪ੍ਰਤੀਤ ਆਈ ਹੈ। ਉਤਮ ਲੀਨ ਉਪਾਇਨ ਪਾਹਿਓ, ਉਸਨੇ ਬੜੀਆਂ ਭੇਟਾਵਾਂ ਲਈਆਂ ਹਨ, ਬੜੇ ਉਪਹਾਰ ਲਏ ਨੇ ਕਿ ਸੱਚੇ ਪਾਤਸ਼ਾਹੀ ਦਾ ਧੰਨਵਾਦ ਕਰਨਾ, ਦਰਸ਼ਨ ਕਰਨੇ ਹਨ। ਸੁਧ ਦੈਬੇ ਹਿਤ ਪਠਿਓ ਮੁਸਾਹਿਬ, ਆਪਣੇ ਵੱਲੋਂ ਇੱਕ ਦੂਤ ਭੇਜਿਆ ਹੈ, ਇੱਕ ਸੇਵਾਦਾਰ ਭੇਜਿਆ ਕਿ ਜਾ ਕੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਬੇਨਤੀ ਕਰੋ ਕਿ ਬਾਦਸ਼ਾਹ ਅਕਬਰ ਮਿਲਣਾ ਚਾਹੁੰਦਾ ਹੈ। ਪੀਰ ਬਾਬਕਾ ਬੈਠੇ ਸਾਹਿਬ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਉਹ ਮੁਸਾਹਿਬ ਉਹ ਖਬਰ ਦੇਣ ਵਾਲਾ ਆਇਆ ਅਕਬਰ ਬਾਦਸ਼ਾਹ ਦਾ, ਉਸ ਵਕਤ ਪਾਤਸ਼ਾਹੀ ਬਿਆਸ ਦਰਿਆ ਦੇ ਪਾਸ ਸਤ ਸੰਗਤ ਕਰਨ ਵਾਸਤੇ ਇਕੱਤਰ ਹੋਏ ਸਿੱਖ ਸੰਗਤਾਂ ਨਾਲ ਬੈਠੇ ਹਨ। ਬੱਲੂ ਬੋਲਿਓ ਬੰਦਤ ਹਾਥ, ਭਾਈ ਬੱਲੂ ਜੀ ਜਿਹੜੇ ਹਰ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਰਹਿੰਦੇ ਹਨ,
ਹੱਥ ਜੋੜ ਕੇ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਜੀ ਇਹ ਅਕਬਰ ਬਾਦਸ਼ਾਹ ਜਾਂ ਸੇਵਕ ਆਇਆ ਹੈ, ਪਾਤਸ਼ਾਹ ਇਹ ਦਿੱਲੀ ਨਾਥ, ਜਿਹੜਾ ਦਿੱਲੀ ਤੋਂ ਆ ਰਿਹਾ ਹੈ ਤੇ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ। ਦਰਸ਼ਨ ਕੋ ਆਵਤ ਤਰ ਭਾਹੂ, ਬੜੀ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਇਹ ਆਇਆ ਦਰਸ਼ਨਾਂ ਵਾਸਤੇ। ਚਹੀਏ ਪਾਵੜੇ ਇਹੋ ਅਗਵਾਉ, ਇਹ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਅਸੀਂ ਵੀ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਹਾਂ। ਇਸ ਇਮ ਕਹਿ ਆਇਸ ਲੈ ਉਤਲਾਇਵ, ਇਸ ਤਰੀਕੇ ਆਗਿਆ ਲੈਣ ਵਾਸਤੇ ਆਇਆ ਆਪ ਜੀ ਦੀ। ਤੇ ਸੱਚੇ ਪਾਤਸ਼ਾਹ ਜੀ ਜਦੋਂ ਦੂਤ ਉਹ ਸੇਵਕ ਆਇਆ ਤੇ ਪਾਤਸ਼ਾਹ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਜਿਹੜਾ ਵੀ ਕਿਸੇ ਵੀ ਮਤ ਦਾ ਹੈ, ਕਿਸੇ ਵੀ ਮਜ਼ਹਬ ਦਾ ਹੈ, ਉਹ ਬਿਨਾਂ ਕਿਸੇ ਝਿਜਕ ਤੇ ਆ ਸਕਦਾ ਹੈ, ਦਰਸ਼ਨ ਕਰ ਸਕਦਾ ਹੈ। ਉਸ ਦੇ ਮਨ ਦੀ ਜੋ ਅਭਿਲਾਸ਼ਾ ਹੈ ਉਹ ਪੂਰਨ ਹੁੰਦੀ ਹੈ। ਰੁਚਿਰ ਪਟੰਤਰ ਬਹੁ ਮੰਗਵਾਇਵ, ਹੁਣ ਜਦੋਂ ਇਹ ਦੂਤ ਨੇ ਜਾ ਕੇ ਦੱਸਿਆ, ਫਿਰ ਅਕਬਰ ਬਾਦਸ਼ਾਹ ਨੇ ਉਪਹਾਰ ਮੰਗਾਏ ਨੇ, ਹੋਰ ਬੜਾ ਆਪਣੇ ਵੱਲੋਂ ਜੋ ਕੀਮਤੀ ਭੇਟਾਵਾਂ ਲਈਆਂ ਹਨ। ਚਲਿਓ ਸਿਵਰ ਤੇ ਅਕਬਰ ਸ਼ਾਹੂ, ਨਾਲ ਲੈ ਕਰਕੇ ਆਪਣਾ ਸਾਰਾ ਹਿਲਾਮ ਲਸ਼ਕਰ ਤੇ ਆਇਆ ਹੈ। ਅਸਵਾਰੀ ਤਜ ਆਦਿਕ ਬਾਹੂ, ਇਹ ਕਹਿੰਦਾ ਕਿ ਹੁਣ ਮੈਂ ਅਸਵਾਰ ਹੋ ਕੇ ਨਹੀਂ ਜਾਣਾ, ਮੈਂ ਪੈਦਲ ਚੱਲ ਕੇ ਜਾਣਾ, ਸ਼ਰਧਾ ਧਾਰ ਕੇ ਜਾਣਾ ਹੈ, ਬਾਦਸ਼ਾਹ ਬਣ ਕੇ ਨਹੀਂ, ਇੱਕ ਭਿਖਾਰੀ ਬਣ ਕੇ ਜਾਣਾ। ਇਹ ਆਪਣੀ ਜਿਹੜੀ ਅਸਵਾਰੀ ਹੈ, ਜਿਹਦੇ ਉੱਤੇ ਘੋੜੇ ਜਾਂ ਹਾਥੀ ਦੇ ਉੱਤੇ ਅਸਵਾਰ ਹੁੰਦਾ ਸੀ, ਉਹਦੇ ਤੋਂ ਉਤਰ ਗਿਆ ਕਿ ਮੈਂ ਪੈਦਲ ਚੱਲ ਕੇ ਦਰਸ਼ਨ ਕਰਨੇ ਹਨ। ਤਹ ਤੇ ਕਰੇ ਪਾਵੜੇ ਪਾਵਨ, ਹੁਣ ਉਹਦੇ ਜਿਹੜੇ ਸੇਵਕ ਸਨ, ਉਹਦੇ ਜਿਹੜੇ ਸਿਪਾਹੀ ਸਨ, ਉਹਨਾਂ ਨੇ ਦੇਖਿਆ ਕਿ ਸਾਡਾ ਬਾਦਸ਼ਾਹ ਹੈ ਤੇ ਇਹਦੇ ਜਾਣ ਵਾਸਤੇ ਅੱਗੇ ਅਸੀਂ ਕਲੀਨ ਵਿਛਾਉਣੇ ਹਨ। ਇਸ ਤਰੀਕੇ ਉਹ ਬਾਦਸ਼ਾਹ ਦੇ ਸਿਪਾਹੀਆਂ ਨੇ ਤਿਆਰੀ ਕੀਤੀ ਹੈ। ਮੁਰਲ ਪਟੰਬਰ ਹਿਤ ਸੁਖ ਪਾਵਨ, ਇਹ ਸਾਡਾ ਬਾਦਸ਼ਾਹ ਹੈ ਤੇ ਇਸ ਨੂੰ ਅਸੀਂ ਜਿਸ ਤਰ੍ਹਾਂ ਆਮ ਦੂਜਿਆਂ ਥਾਵਾਂ ਤੇ ਜਾਂਦਾ ਹੈ ਤੇ ਇਹਦਾ ਸਤਿਕਾਰ ਕਰਦੇ ਹਾਂ, ਇੱਥੇ ਹੁਣ ਗੁਰੂ ਅਮਰਦਾਸ ਸਾਹਿਬ ਪਾਤਸ਼ਾਹੀ ਦੇ ਦਰਸ਼ਨਾਂ ਵਾਸਤੇ ਅਕਬਰ ਬਾਦਸ਼ਾਹ ਆ ਰਿਹਾ ਹੈ। ਉਸ ਦੇ ਸਿਪਾਹੀਆਂ ਵੱਲੋਂ, ਉਸ ਦੇ ਸੇਵਾਦਾਰਾਂ ਵੱਲੋਂ ਕਲੀਨ ਦੀ ਵਿਛਾਈ ਕੀਤੀ ਹੈ। ਸ਼ੁਭ ਮਤ ਸ਼ਾਹ ਬਲੋਕਨ ਕਰਿਓ, ਤੇ ਫਿਰ ਅਕਬਰ ਬਾਦਸ਼ਾਹ ਨੇ ਵੇਖਿਆ ਕਿ ਇੱਥੇ ਮੇਰੇ ਵਾਸਤੇ ਮੇਰੇ ਸਿਪਾਹੀਆਂ ਵੱਲੋਂ ਜਾਂ ਮੇਰੇ ਸੇਵਾਦਾਰਾਂ ਵੱਲੋਂ ਇਹ ਵਿਛਾਈ ਕੀਤੀ ਜਾ ਰਹੀ ਹੈ, ਉਸ ਨੂੰ ਇਹ ਚੰਗਾ ਨਹੀਂ ਲੱਗਿਆ। ਉਪਰ ਪਾਵਨਾ ਤਿਸਤੇ ਧਰਿਓ, ਉਹ ਕਹਿੰਦਾ ਕਿ ਮੈਂ ਇੱਥੇ ਹੁਣ ਕੋਈ ਰਾਜਾ ਬਣ ਕੇ ਨਹੀਂ ਆ ਰਿਹਾ ਕਿ ਮੇਰੇ ਵਾਸਤੇ ਵਿਛਾਈ ਕੀਤੀ ਜਾਵੇ, ਕਲੀਨ ਵਿਛਾਇਆ ਜਾਵੇ। ਮੈਂ ਤਾਂ ਦਰਸ਼ਨ ਕਰਨ ਵਾਸਤੇ ਇੱਕ ਭਿਖਾਰੀ ਬਣ ਕੇ ਆ ਰਿਹਾ ਹਾਂ। ਨਿਜ ਕਰਤੇ ਉਠਾਏ ਨਿਰਵਾਰੇ, ਉਸਨੇ ਪਰਾਂ ਹਟਾ ਦਿੱਤੇ ਨੇ ਆਪਣੇ ਕਰ ਦੇਣਾ ਪਕੜ ਕੇ ਕਿ ਮੈਂ ਇਹਨਾਂ ਦੇ ਉੱਪਰ ਨਹੀਂ ਚੱਲਾਂਗਾ। ਗਮਨਿਓ ਪਗਨ ਨਮਰਤਾ ਧਾਰੇ, ਤੇ ਨਿਮਰਤਾ ਧਾਰਨ ਕਰਕੇ ਨੰਗੇ ਪੈਰੀ ਉਹ ਆਪਣੇ ਸਵਾਰੀ ਤੋਂ ਉਤਰ ਕੇ ਆਪਣੇ ਸਾਰੇ ਸੇਵਾਦਾਰਾਂ ਦੇ ਨਾਲ, ਆਪਣੇ ਸਿਪਾਹੀਆਂ ਦੇ ਨਾਲ ਆ ਰਿਹਾ ਹੈ। ਸ੍ਰੀ ਗੁਰ ਕੇ ਸਮੀਪ ਚਲ ਆਏਵ, ਇਸ ਤਰੀਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਸ ਆ ਕਰਕੇ ਬੈਠਾ ਹੈ। ਅੰਗ ਵਿਭੂਖਣ ਸੰਗ ਸੁਹਾਇਵ, ਕੀ ਉਸ ਦੇ ਜਿਹੜੇ ਸੇਵਾਦਾਰ, ਕੀ ਉਸ ਦੇ ਸਿਪਾਹੀ ਸਾਰੇ ਨਾਲ ਆਏ ਹਨ। ਇਸ ਦੇ ਜਿਹੜੇ ਸਰੀਰ ਦੇ ਉੱਤੇ, ਕਿਉਂਕਿ ਬਾਦਸ਼ਾਹ ਹੈ ਤੇ ਉਸਨੇ ਆਪਣੇ ਹੀਰੇ ਜਵਾਹਰਾਤ ਜਿਹੜੇ ਬਹੁਤ ਜੋ ਗਹਿਣੇ ਪਹਿਨੇ ਹਨ ਤੇ ਬਹੁਤ ਅੰਗ ਵਿਭੂਖਣ, ਬੜੇ ਸੋਹਣੇ ਸੋਹਣੇ ਗਹਿਣੇ ਸ਼ੋਭਾ ਪਾ ਰਹੇ ਹਨ ਇਸ ਦੇ ਸਰੀਰ ਉੱਤੇ। ਜਾਤ ਰੂਪ ਕੇ ਜਰਤੀ ਕਰੇ, ਇਹ ਸੋਨੇ ਦੇ ਬੜੇ ਸੋਹਣੇ ਸੋਹਣੇ ਕੜੇ ਜੜੇ ਹਨ, ਉਹ ਹੱਥਾਂ ਵਿੱਚ ਸ਼ੋਭ ਰਹੇ ਹਨ। ਯਾਹਰ ਜੋਤ ਜਵਾਹਰ ਜਰੇ, ਜਿਨ੍ਹਾਂ ਦੇ ਵਿੱਚ ਬੜੇ ਕੀਮਤੀ ਜਵਾਹਰਾਤ ਜੜੇ ਹਨ। ਦਮ ਕੈ ਹੀਰਾ ਅਰਗਨ ਮੋਤੀ, ਬੜੇ ਹੀਰੇ ਮੋਤੀ ਉਸਨੇ ਆਪਣੇ ਕੜਿਆਂ ਦੇ ਵਿੱਚ ਜੜਾਏ ਹਨ, ਜੜਾਊ ਬਣਾਏ ਹਨ। ਤਹ ਮੋਲੇ ਸ਼ੋਭਾ ਬੜ ਹੋਤੀ, ਬੜੇ ਮੁੱਲ ਵਾਲੇ ਨੇ, ਬੜੀ ਸ਼ੋਭਾ ਹੁੰਦੀ ਹੈ। ਦੁਨੀਆ ਦਾ ਬਾਦਸ਼ਾਹ ਹੈ ਤੇ ਬਾਦਸ਼ਾਹ ਜਿਹੜਾ ਹੈ ਉਸ ਨੇ ਜਿਵੇਂ ਆਪਣਾ ਪਹਿਰਾਵਾ ਪਹਿਨਿਆ, ਆਇਆ ਨਿਮਰਤਾ ਦੇ ਨਾਲ ਹੈ, ਆਇਆ ਨੰਗੇ ਪੈਰੀਂ, ਪਰ ਪੋਸ਼ਾਕ ਉਹਨੇ ਆਪਣੀ ਬਾਦਸ਼ਾਹ ਵਾਲੀ ਪਹਿਨੀ ਹੈ। ਸੁੰਦਰ ਸੂਖਮ ਵਸਤਰ ਸੁਹਾਵਤ, ਬੜੇ ਸੋਹਣੇ ਵਸਤਰ ਪਾ ਕਰਕੇ ਆਇਆ ਹੈ। ਹੋਤ ਸੂਤੇ ਮਾਨ ਚਲ ਆਵਤ, ਉਸ ਦੀ ਜਿਹੜੀ ਉਸਤਤੀ, ਉਸ ਦੇ ਜਿਹੜੀ ਸ਼ੋਭਾ ਕਰਨ ਵਾਲੇ, ਜਿਹੜੇ ਉਹਦੇ ਸੇਵਾਦਾਰ, ਉਸ ਦੇ ਨਾਲ ਰਹਿਣ ਵਾਲੇ ਹਮੇਸ਼ਾ ਕਿ ਸਾਡਾ ਬਾਦਸ਼ਾਹ ਹੈ ਤੇ ਅਸੀਂ ਇਸ ਦੇ ਨਾਲ ਚੱਲਣਾ ਹੈ ਤੇ ਦੱਸਣਾ ਹੈ ਕਿ ਬਾਦਸ਼ਾਹ ਅਕਬਰ ਆ ਰਿਹਾ। ਜਿੱਥੇ ਜਿੱਥੇ ਉਹ ਜਾਂਦਾ ਸੀ ਉਹਦੇ ਅੱਗੇ ਅੱਗੇ ਉਹਦੇ ਸੇਵਾਦਾਰ ਜਾ ਕੇ ਪਹਿਲਾਂ ਹੀ ਦੱਸ ਦਿੰਦੇ ਕਿ ਬਾਦਸ਼ਾਹ ਅਕਬਰ ਆ ਰਿਹਾ ਹੈ, ਉਸ ਦੀ ਤਿਆਰੀ ਕਰ ਦਿੱਤੀ ਜਾਂਦੀ ਸੀ। ਲੱਖੋਂ ਸੀਸ ਨਮਰ ਜਿਸ ਆਗੇ, ਇੱਥੇ ਹੁਣ ਕਵੀ ਜੀ ਦੱਸ ਰਹੇ ਨੇ ਕਿ ਉਹ ਬਾਦਸ਼ਾਹ ਅਕਬਰ ਜਿਹਦੇ ਅੱਗੇ ਦੁਨੀਆ ਦੇ ਲੋਕ ਝੁਕਦੇ ਨੇ, ਲੱਖਾਂ ਸੀਸ ਰੋਜ਼ ਝੁਕਦੇ ਨੇ, ਕਿਉਂਕਿ ਬਾਦਸ਼ਾਹ ਮਿਲਣ ਵਾਸਤੇ ਉਹਨੂੰ ਆਉਂਦੇ ਨੇ।
ਪਰ ਇੱਥੇ ਉਹ ਨੀਵਾਂ ਹੋ ਕੇ ਆ ਰਿਹਾ ਹੈ, ਉਹ ਆਪ ਸਿਰ ਝੁਕਾਉਣ ਵਾਸਤੇ ਆ ਰਿਹਾ ਹੈ। ਮਹਾ ਪ੍ਰਤਾਪਵੰਤ ਦੁੱਤ ਜਾਗੇ, ਬੜਾ ਪ੍ਰਤਾਪ ਹੈ, ਬੜਾ ਉਸ ਦਾ ਨਾਮ ਹੈ। ਤੇ ਉਸ ਦੇ ਜੋ ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਬਾਕੀ ਬਾਦਸ਼ਾਹਾਂ ਦੇ ਵਾਂਗ ਉਸ ਦੇ ਅੰਦਰ ਕੱਟੜਤਾ ਹੀ ਨਹੀਂ ਸੀ। ਉਸਨੇ ਕਿਸੇ ਨੂੰ ਧੱਕੇ ਦੇ ਨਾਲ ਆਪਣੇ ਧਰਮ ਵਿੱਚ ਲਿਆਉਣ ਦੇ ਲਈ ਕੋਈ ਇਹੋ ਜਿਹਾ ਜ਼ੋਰ ਅਜਮਾਇਸ਼ ਨਹੀਂ ਕੀਤੀ। ਕੁਝ ਦੂਜਿਆਂ ਨਾਲੋਂ ਕੁਝ ਇਹਦਾ ਸੁਭਾਅ ਬੜਾ ਨਿਮਰਤਾ ਵਾਲਾ ਚੰਗਾ ਸੀ। ਕੰਚਨ ਸ਼ਰੀਦਾਰ ਅਗਵਾਉ, ਇਸ ਦੇ ਅੱਗੇ ਬੜੇ ਜਿਹੜੇ ਇਸ ਦੇ ਸੇਵਾਦਾਰ ਨੇ, ਚੌਬਦਾਰ, ਉਹ ਚੱਲ ਰਹੇ ਹਨ। ਹਾਥ ਬੈਤ ਧਾਰੀ ਸਮੁਦਾਉ, ਹਰ ਕਿਸੇ ਨੇ ਆਪਣੇ ਹੱਥਾਂ ਦੇ ਵਿੱਚ ਬੈਤ ਸੋਟੀਆਂ, ਭਾਵ ਜਿਹੜੇ ਇਹਨਾਂ ਦੇ ਬਰਛੇ ਆਦਿਕ ਜਾਂ ਹੋਰ ਜਿਵੇਂ ਇਹਦਾ ਲਾਮ ਲਸ਼ਕਰ ਚੱਲਦਾ ਪਕੜੇ ਹਨ। ਵਸਤਰ ਵਿਭੂਖਨ ਸੁੰਦਰ ਜਿਨ ਕੇ, ਉਹਨਾਂ ਦੇ ਵੀ ਬੜੇ ਸੋਹਣੇ ਵਸਤਰ ਪਹਿਨੇ ਹਨ। ਚਾਹੋਂ ਦਿਸ ਟੋਲ ਚਲਤ ਸੰਗ ਤਿਨ ਕੇ, ਉਹ ਰਾਜੇ ਦੇ ਨਾਲ ਸਾਰੇ ਹੀ ਪਾਸੇ ਜਿਵੇਂ ਉਸ ਦੀ ਗਾਰਦ ਚੱਲਦੀ ਹੈ ਕਿ ਇਸ ਦੀ ਹਿਫਾਜ਼ਤ ਵੀ ਕਰਨੀ ਹੈ, ਸਿਕਿਉਰਿਟੀ ਕਰਨੀ ਹੈ, ਇਸ ਤਰੀਕੇ ਨਾਲ ਆ ਰਹੇ ਹਨ। ਦਰਸ਼ਨ ਕਰਤ ਨਾਮ ਹੋਏ ਬੈਠੇ, ਹੁਣ ਸਾਰੇ ਹੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹੀ ਦੇ ਦਰਸ਼ਨ ਕਰਕੇ ਬੜੀ ਨਿਮਰਤਾ ਦੇ ਨਾਲ ਆਪਣੀ ਆਪਣੀ ਜਗ੍ਹਾ ਤੇ ਬੈਠੇ ਹਨ। ਅਦਬ ਕਰੇ ਕਰਪਾਦ ਇਕੱਠੇ, ਹੁਣ ਆਪਣੀ ਆਪਣੀ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹੀ ਨੂੰ ਨਮਸਕਾਰ ਕੀਤੀ ਹੈ। ਅਦਬ ਦੇ ਨਾਲ ਨਮਸਕਾਰ ਕਰਕੇ ਇਕੱਠੇ ਹੋ ਕਰਕੇ ਸਾਰੇ ਬੈਠ ਗਏ ਹਨ। ਕੁਸ਼ਲ ਪ੍ਰਸ਼ਨ ਕਰੇ ਆਪਸ ਵਿਖੈ, ਫਿਰ ਸੱਚੇ ਪਾਤਸ਼ਾਹੀ ਦੇ ਨਾਲ ਬਾਦਸ਼ਾਹ ਅਕਬਰ ਨੇ ਸੁਖ ਸ਼ਾਂਤ ਕੁਸ਼ਲ ਪ੍ਰਸ਼ਨ ਇੱਕ ਦੂਜੇ ਨਾਲ ਕੀਤੇ ਹਨ। ਪ੍ਰੇਮ ਕਰੇ ਗੁਰਦਰਸ਼ਨ ਪਿਖੈ, ਬੜੇ ਪ੍ਰੇਮ ਦੇ ਨਾਲ, ਬੜੇ ਹੀ ਚਾਅ ਦੇ ਨਾਲ ਸੱਚੇ ਪਾਤਸ਼ਾਹੀ ਦੇ ਦਰਸ਼ਨ ਕੀਤੇ ਹਨ। ਨਹੀਂ ਦੇਖਤੇ ਅਚਿਓ ਆਹਾਰਾ, ਪਾਤਸ਼ਾਹ ਜੀ ਜਾਣੀ ਜਾਣ, ਦਿਲਾਂ ਦੀ ਜਾਣਨ ਵਾਲੇ ਦਾਤਾ ਜੀ ਜਾਣ ਗਏ ਕਿ ਬਾਦਸ਼ਾਹ ਅਕਬਰ ਨੇ ਪੰਗਤ ਵਿੱਚ ਬੈਠ ਕੇ ਭੋਜਨ ਨਹੀਂ ਛਕਿਆ। ਕਿਉਂਕਿ ਜਿਹੜੇ ਦੋ ਆਪਣੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਆਉਂਦੇ ਸਨ, ਉਹਨਾਂ ਦੇ ਵਿੱਚ ਬਹੁਤੇ ਇਹੋ ਜਿਹੇ ਜਾਤ ਅਭਿਮਾਨੀ ਵੀ ਆਉਂਦੇ ਸਨ, ਕਈ ਜਿਨ੍ਹਾਂ ਦਾ ਇਹ ਸੀ ਕਿ ਅਸੀਂ ਗੁਰੂ ਦਾ ਸ਼ਬਦ ਤਾਂ ਸੁਣ ਲੈਣਾ ਹੈ, ਉਪਦੇਸ਼ ਤਾਂ ਸੁਣ ਲੈਣਾ, ਪਰ ਲੰਗਰ ਦੇ ਵਿੱਚ ਬੈਠ ਕੇ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਣਾ। ਕਿਉਂਕਿ ਉੱਥੇ ਛੋਟੀ ਜਾਤੀ ਦੇ ਗਰੀਬ ਗੁਰਬੇ ਲੋਕ ਵੀ ਬੈਠਦੇ ਹਨ। ਜਦੋਂ ਪਾਤਸ਼ਾਹ ਜੀ ਨੇ ਇਹ ਹਾਲਾਤ ਵੇਖੇ ਤਾਂ ਇਸੇ ਕਰਕੇ ਹੀ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਸੀ, ਪਹਿਲਾਂ ਪੰਗਤ ਪਾਛੈ ਸੰਗਤ, ਕਿ ਪਹਿਲਾਂ ਸਾਰੇ ਹੀ ਬੈਠ ਕਰਕੇ ਬਿਨਾਂ ਕਿਸੇ ਜਾਤ, ਬਿਨਾਂ ਕਿਸੇ ਵਿਤਕਰੇ ਦੇ ਇੱਕੋ ਸਾਰ ਬੈਠ ਕਰਕੇ ਪ੍ਰਸ਼ਾਦਾ ਛਕਣਗੇ ਤੇ ਫਿਰ ਆ ਕੇ ਸੰਗਤ ਦੇ ਵਿੱਚ ਗੁਰੂ ਦਾ ਸ਼ਬਦ ਸਰਵਣ ਕਰਨਗੇ, ਉਪਦੇਸ਼ ਸਰਵਣ ਕਰਨਗੇ। ਇੱਥੇ ਹੁਣ ਦੇਖਿਆ ਕਿ ਬਾਦਸ਼ਾਹ ਅਕਬਰ ਵੀ ਸਿੱਧਾ ਹੀ ਆਇਆ ਹੈ। ਇਸੀ ਨੇਮ ਗੁਰ ਦੇ ਚਿਤਾਰਾ, ਇਸ ਕਰਕੇ ਪਾਤਸ਼ਾਹੀ ਨੇ ਆਪਣੇ ਦਿਲ ਦੇ ਵਿੱਚ, ਜੋ ਪਾਤਸ਼ਾਹੀ ਹਰ ਇੱਕ ਦੇ ਦਿਲ ਦੀ ਜਾਣਨ ਵਾਲੇ ਨੇ, ਜਾਣਿਆ ਹੈ। ਤੂਰਨ ਅਕਬਰ ਕੋ ਮਨ ਪ੍ਰੇਰਾ, ਮੰਨ ਲਓ ਕਿ ਅਕਬਰ ਦੇ ਮਨ ਨੂੰ ਪ੍ਰੇਰਿਆ ਹੋਵੇ ਕਿ ਜਿਵੇਂ ਇਹ ਆਪ ਉਸ ਦੇ ਮਨ ਵਿੱਚ ਆਵਾਜ਼ ਆ ਰਹੀ ਕਿ ਮੈਂ ਭੋਜਨ ਪ੍ਰਸ਼ਾਦਾ ਜਿਹੜਾ ਨਹੀਂ ਛਕਿਆ ਹੈ, ਜਾਂ ਜਿਵੇਂ ਉਹ ਬੈਠਿਆ ਨਹੀਂ ਸੀ ਪੰਗਤ ਦੇ ਵਿੱਚ, ਹੁਣ ਪਾਤਸ਼ਾਹ ਜੀ ਕਿਵੇਂ ਉਸ ਦੇ ਮਨ ਨੂੰ ਨਿਮਰਤਾ ਵੱਲ ਲਿਆ ਰਹੇ ਨੇ, ਕਿਵੇਂ ਪ੍ਰੇਰ ਰਹੇ ਨੇ, ਇਹ ਸੱਚੇ ਪਾਤਸ਼ਾਹ ਜੀ ਕੌਤਕ ਵਰਤਾਉਂਦੇ ਹਨ। ਹੱਥ ਜੋਰ ਬੋਲਿਓ ਤਸਬੇਰਾ, ਹੁਣ ਅਕਬਰ ਬਾਦਸ਼ਾਹ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਇੰਜ ਬੇਨਤੀ ਕਰਦਾ ਹੈ, ਗੁਰੂ ਸਾਹਿਬ ਕਿਆ ਖਾਣਾ ਖਾਵੋ, ਸੱਚੇ ਪਾਤਸ਼ਾਹ ਜੀ ਆਪ ਜੀ ਕਿਹੜਾ ਭੋਜਨ ਛਕਦੇ ਹੋ, ਆਪ ਜੀ ਕਿਸ ਤਰੀਕੇ ਦੇ ਪਦਾਰਥ ਛਕਦੇ ਹੋ, ਕਿਸ ਮੈਂ ਰੁਚ ਚਿਤ ਤੇ ਉਪਜਾਵੋ, ਆਪ ਜੀ ਦੇ ਮਨ ਵਿੱਚ ਰੁਚੀ ਕਿਹੜੀ ਪਦਾਰਥ ਛਕਣ ਦੀ ਹੁੰਦੀ ਹੈ, ਕਿਹੜਾ ਭੋਜਨ ਛਕਦੇ, ਭਾਵ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ, ਜੋ ਆਪ ਜੀ ਪਕਵਾਨ ਛਕਦੇ ਹੋ। ਸਤਿਗੁਰ ਕਹਿਓ ਸੋ ਚਿਤ ਰੁਚ ਊਨਾ, ਪਾਤਸ਼ਾਹ ਜੀ ਕਹਿੰਦੇ ਸਾਡਾ ਚਿੱਤ ਤਾਂ ਨਿਰੰਕਾਰ ਦੇ ਨਾਲ ਜੁੜਿਆ ਹੈ, ਸਾਨੂੰ ਦੁਨੀਆ ਦੇ ਪਦਾਰਥਾਂ ਦੀ ਬਹੁਤੀ ਭੁੱਖ ਨਹੀਂ, ਸਰੀਰ ਦੀ ਲੋੜ ਪੂਰੀ ਕਰਨ ਵਾਸਤੇ ਅਸੀਂ ਥੋੜਾ ਆਹਾਰ ਛਕਦੇ ਹਾਂ। ਬੋਧ ਓਗਰਾ ਲਵਣ ਬਿਹੁਨਾ, ਅਸੀਂ ਤਾਂ ਓਗਰਾ ਛਕਦੇ ਹਾਂ, ਲਵਣ ਬਿਹੁਣਾ ਜਿਹਦੇ ਵਿੱਚ ਕੋਈ ਵੀ ਲੂਣ ਆਦਿਕ ਨਹੀਂ ਹੁੰਦਾ। ਓਗਰਾ ਇੱਕ ਤਰ੍ਹਾਂ ਦਾ ਬਾਥੂ ਵਰਗਾ ਜਿਹੜਾ ਘਾਹ ਆਦਿਕ ਦਾ ਹੁੰਦਾ ਹੈ, ਜਿਹਦੇ ਨਾਲ ਇਹ ਬਣਾਇਆ ਜਾਂਦਾ, ਜਿਸ ਨੂੰ ਇਹ ਆਮ ਜੋ ਕੋਈ ਸਰੀਰ ਨੂੰ ਅਨਾਜ ਨਹੀਂ ਛਕਦੇ ਉਹ ਲੋਕ ਇਹ ਛਕਦੇ ਸਨ ਪੁਰਾਣੇ ਸਮੇਂ ਦੇ ਵਿੱਚ, ਓਗਰਾ ਛਕਦੇ ਹਾਂ। ਜਿਸ ਕੋ ਇੱਕ ਬਾਰ ਕਰ ਖਾਵਨ, ਇੱਕ ਵਾਰੀ ਅਸੀਂ ਸਿਰਫ ਪ੍ਰਸ਼ਾਦਾ ਓਗਰਾ ਛਕਦੇ ਹਾਂ, ਭੋਜਨ ਛਕਦੇ ਹਾਂ, ਉਸ ਤੋਂ ਬਾਅਦ ਪ੍ਰਸ਼ਾਦਾ ਛਕਦੇ ਨਹੀਂ। ਅਸ਼ਟ ਜਾਮ ਲਗ ਹੋਏ ਤ੍ਰਿਪਤਾਵਨ, ਫਿਰ ਸਾਨੂੰ 8 ਜਾਮ ਭਾਵ ਸਾਰਾ ਹੀ ਦਿਨ ਅਸੀਂ ਭੋਜਨ ਇੱਕੋ ਵਾਰੀ ਛਕਦੇ ਹਾਂ, ਫਿਰ ਹੋਰ ਤ੍ਰਿਪਤਾਵਨ ਹੋਏ ਰਹਿੰਦੇ ਆ, ਭਾਵ ਹੋਰ ਪ੍ਰਸ਼ਾਦਾ ਨਹੀਂ ਛਕਦੇ। ਸੁਨ ਸੁਲਤਾਨ ਬਿਸਮਤਾ ਪਾਇਵ, ਤੇ ਰਾਜਾ
ਰਾਜਾ ਬੜਾ ਹੈਰਾਨ ਹੋ ਰਿਹਾ ਕਿ ਅਸੀਂ ਦੁਨੀਆ ਦੇ ਬਾਦਸ਼ਾਹ ਪਤਾ ਨਹੀਂ ਕਿੰਨੇ ਕੁ ਪਦਾਰਥ ਛਕਦੇ ਆ। ਇੱਧਰ ਪਾਤਸ਼ਾਹ ਜੀ ਇੱਕੋ ਵਾਰੀ ਛਕਦੇ ਨੇ, ਉਹ ਵੀ ਓਗਰਾ ਛਕਦੇ ਨੇ। ਸਾਰੀਆਂ 8 ਪਹਿਰਾਂ ਦੇ ਵਿੱਚ ਇੱਕੋ ਵਾਰੀ ਪ੍ਰਸ਼ਾਦਾ ਛਕਦੇ ਹਨ। ਬਿਰਧ ਦੇਹ ਨਹਿ ਓਜ ਰਹਾਇਵ। ਸਰੀਰ ਬਿਰਧ ਹੈ ਪਰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਜੋ ਕਮਜ਼ੋਰੀ ਨਹੀਂ, ਬੜਾ ਸੁੰਦਰ ਹੈ। ਇਹ ਵੇਖ ਕੇ ਹੈਰਾਨ ਹੋ ਰਿਹਾ ਅਕਬਰ ਬਾਦਸ਼ਾਹ। ਬਹੁਰ ਨਿਬਲ ਕੀ ਬਲ ਹੀ ਕਰਤ ਆਹਾਰਾ। ਬਹੁਰ ਨਿਬਲ ਹੀ ਕਰਤ ਆਹਾਰਾ, ਸਰੀਰ ਬੜਾ ਸੁੰਦਰ ਸੁਡੋਲ ਹੈ ਪਰ ਆਹਾਰ ਜਿਹੜਾ ਹੈ ਉਹ ਥੋੜਾ ਛਕਦੇ ਹਨ। ਕ੍ਰਾਂਤਵੰਤ ਤਨ ਸ਼ੁਭਤ ਉਧਾਰਾ। ਇਸ ਤਰੀਕੇ ਦੇ ਨਾਲ ਕ੍ਰਾਂਤਵੰਤ ਤਨ ਸ਼ੁਭਤ ਉਦਾਰਾ, ਬੜਾ ਸੁੰਦਰ ਸੋਹਣਾ ਸਰੀਰ ਹੈ। ਕਰ ਜੋਰਤ ਕਹਿ ਮਿਹਰ ਕਰੀਜੈ। ਪਾਤਸ਼ਾਹ ਜੀ ਮੇਰੇ ਉੱਤੇ ਵੀ ਮਿਹਰ ਕਰ ਦਿਓ। ਜਿਹੜਾ ਪ੍ਰਸ਼ਾਦਾ, ਜਿਹੜਾ ਭੋਜਨ ਆਪ ਜੀ ਛਕਦੇ ਹੋ, ਰਹੀ ਵਹੀ ਤਵਰਕ ਮੁਝ ਕੋ ਦੀਜੈ। ਉਹ ਮੈਨੂੰ ਵੀ ਉਹ ਭੋਜਨ, ਉਹ ਪਵਿੱਤਰ ਭੋਜਨ ਮੈਨੂੰ ਵੀ ਛਕਾਵੋ। ਦੁਨੀਆ ਦਾ ਬਾਦਸ਼ਾਹ ਹਾਂ, ਹੋਰ ਸਾਰੇ ਸਵਾਦਲੇ ਭੋਜਨ ਮੈਂ ਛਕ ਚੁੱਕਾ ਹਾਂ ਪਰ ਮੇਰੇ ਮਨ ਦੀ ਤ੍ਰਿਪਤੀ ਨਹੀਂ ਹੋਈ। ਪਾਤਸ਼ਾਹ ਜੀ ਜਿਹੜਾ ਭੋਜਨ ਓਗਰਾ ਆਪ ਜੀ ਛਕਦੇ ਹੋ, ਮੈਨੂੰ ਵੀ ਉਹ ਆਪਣਾ ਭੋਜਨ ਛਕਾ ਦਿਓ ਤਾਂ ਜੋ ਮੇਰੀਆਂ ਭੁੱਖਾਂ ਮੁੱਕ ਜਾਣ, ਦੁਨੀਆ ਦੇ ਪਦਾਰਥ ਛਕਣ ਦੀ ਲਾਲਸਾ ਮੁੱਕ ਜਾਵੇ। ਤੁਮ ਖੁਦਾਏ ਕੀ ਜਾਤ ਸੁਜਾਨੇ। ਪਾਤਸ਼ਾਹ ਜੀ ਤੁਸੀਂ ਤਾਂ ਖੁਦਾ ਦੇ ਰੂਪ ਹੋ, ਪਰਮਾਤਮਾ ਦੇ ਸਵਰੂਪ ਹੋ। ਤੁਹਾਡਾ ਭੋਜਨ ਛਕ ਕੇ, ਤੁਹਾਡੇ ਪਾਸ ਰਹਿ ਕੇ, ਤੁਹਾਡੇ ਸਮੀਪ ਰਹਿ ਕੇ ਮੇਰਾ ਵੀ ਜਿਹੜਾ ਹੈ ਉਧਾਰ ਹੋ ਜਾਵੇਗਾ। ਰਹਿ ਸਰਾਪ ਬਰ ਜਥਾ ਬਖਾਨੇ। ਆਪ ਤਾਂ ਜਿਹੜੀ ਚੀਜ਼ ਨਹੀਂ ਹੋਣ ਵਾਲੀ ਹੁੰਦੀ, ਜੇ ਕਿਰਪਾ ਕਰ ਦਿਓ ਤੇ ਉਹ ਵੀ ਹੋ ਜਾਂਦੀ ਹੈ। ਦਰਸ਼ਨ ਪਾਏ ਭਇਓ ਮੈਂ ਧਨ। ਮੈਂ ਆਪ ਜੀ ਦੇ ਦਰਸ਼ਨ ਪਾ ਕਰਕੇ ਧਨ ਹੋ ਗਿਆ ਹਾਂ। ਇਹੋ ਤਵਰਕ ਹੋ ਪ੍ਰਸੰਨ। ਮੇਰੇ ਤੇ ਕਿਰਪਾ ਕਰੋ, ਪ੍ਰਸੰਨਤਾ ਕਰੋ ਤੇ ਮੈਨੂੰ ਆਪਣਾ ਉਹ ਭੋਜਨ ਛਕਣ ਵਾਸਤੇ ਦੇਵੋ। ਬਿਨੈ ਨਸੋ ਪ੍ਰੇਮ ਜਾਚ ਨਾ ਜਾਨੀ। ਜਦੋਂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਹੈ ਕਿ ਬੜੀ ਹੀ ਪ੍ਰੇਮ ਸਹਿਤ ਬੇਨਤੀ ਕਰ ਰਿਹਾ ਬਾਦਸ਼ਾਹ ਅਕਬਰ, ਬੜੀ ਹੀ ਨਿਮਰਤਾ ਵਿੱਚ ਆਇਆ ਹੈ। ਸੁਨ ਕਿਰਪਾਲ ਮੁਖ ਮਧੁਰ ਬਖਾਨੀ। ਫਿਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਇੰਜ ਬੜੇ ਪਿਆਰ ਦੇ ਨਾਲ ਉਚਾਰਨ ਕੀਤਾ ਹੈ। ਬੱਲੂ ਹਮਰੋ ਹੈ ਜੋ ਆਹਾਰਾ। ਭਾਈ ਬੱਲੂ ਜੀ, ਜਿਹੜਾ ਅਸੀਂ ਆਹਾਰ ਛਕਦੇ ਹਾਂ, ਜਿਹੜਾ ਅਸੀਂ ਭੋਜਨ ਛਕਦੇ ਹਾਂ, ਆਨੋ ਜਾਏ ਸੋ ਬਣਿਓ ਜੇ ਤਿਆਰਾ। ਉਹ ਲੈ ਕਰਕੇ ਆਵੋ ਜੇ ਤਿਆਰ ਹੋਇਆ ਹੈ ਤਾਂ। ਗਮਨਿਓ ਸ਼ੀਗਰ ਥਾਰ ਭਰ ਆਨਾ। ਤੇ ਭਾਈ ਬੱਲੂ ਜੀ ਗਏ ਹਨ ਅਤੇ ਬੜੀ ਛੇਤੀ ਦੇ ਨਾਲ ਥਾਲ ਭਰ ਆਨਾ, ਭਾਵ ਪਦਾਰਥ ਓਗਰਾ ਜਿਹੜਾ ਉਹ ਥਾਲ ਵਿੱਚ ਪਰੋਸ ਕੇ ਲੈ ਆਏ ਹਨ। ਧਰਿਓ ਸ਼ਾਹ ਕੇ ਅਗਰੇ ਖਾਨਾ। ਤੇ ਬਾਦਸ਼ਾਹ ਅਕਬਰ ਦੇ ਅੱਗੇ ਰੱਖਿਆ ਹੈ ਕਿ ਇਹ ਪ੍ਰਸ਼ਾਦਾ, ਇਹ ਭੋਜਨ ਜਿਹੜਾ ਓਗਰਾ ਇਹ ਸੱਚੇ ਪਾਤਸ਼ਾਹ ਜੀ ਛਕਦੇ ਹਨ। ਤਾ ਕਰ ਪਖਾਰ ਮੁਖ ਪਾਏ ਵਗਰਾਸਾ। ਜਦੋਂ ਬਾਦਸ਼ਾਹ ਅਕਬਰ ਨੇ ਆਪਣੇ ਹੱਥਾਂ ਦੇ ਨਾਲ ਉਹ ਜਿਹੜਾ ਓਗਰਾ ਉਸ ਦੀ ਇੱਕ ਗਰਾਹੀ ਆਪਣੇ ਮੂੰਹ ਵਿੱਚ ਪਾਈ ਹੈ ਤਾਂ ਸਵਾਦ ਅਜਾਇਬ ਜਾਣ ਵਿਕਾਸਾ। ਉਹ ਜਿਹੜੀ ਪਹਿਲੀ ਗਰਾਹੀ, ਜਿਹੜੀ ਪਹਿਲੀ ਬੁਰਕੀ ਪਾਈ ਹੈ, ਉਸ ਨੂੰ ਬੜਾ ਹੀ ਅਜੀਬ ਇੱਕ ਸਵਾਦ, ਹੈਰਾਨੀ ਜਨਕ ਸਵਾਦ ਆਇਆ ਜਿਸ ਨੂੰ ਬਿਆਨ ਨਹੀਂ ਕਰ ਸਕਿਆ। ਜਿਦਕ ਮਧੁਰਤਾ ਉਤਮ ਆਹ। ਜੋ ਸਵਾਦ ਹੈ ਉਤਮਤਾਈ ਮਧੁਰਤਾਈ, ਭਾਵ ਇੰਨਾ ਜ਼ਿਆਦਾ ਸਵਾਦਿਸ਼ਟ ਹੈ, ਵੇਖਣ ਨੂੰ ਓਗਰਾ ਹੈ ਪਰ ਉਸ ਨੂੰ ਲੱਗਿਆ ਕਿ ਜਿਵੇਂ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਪ੍ਰਾਪਤ ਹੋਇਆ ਹੋਵੇ। ਪ੍ਰਥਮ ਕਵਰ ਮਹਿ ਸਾਧ ਸੋਲਾ ਹੈ। ਪਹਿਲੀ ਗਰਾਹੀ ਦੇ ਵਿੱਚ ਉਸਨੇ ਸਾਰੇ ਸਵਾਦ ਪ੍ਰਾਪਤ ਕੀਤੇ ਹਨ। ਜਾਗੇ ਤਬ ਦੂਸਰ ਖਾਵਾ। ਫਿਰ ਦੂਜੀ ਹੋਰ ਇੱਕ ਗਰਾਹੀ ਆਪਣੇ ਹੱਥ ਦੇ ਨਾਲ ਪਕੜ ਕਰਕੇ ਛਕੀ ਹੈ। ਤੁਰਸ ਸਵਾਦ ਉਤਮ ਕੋ ਪਾਵਾ। ਉਹ ਪਹਿਲੇ ਨਾਲੋਂ ਵੀ ਦੂਜਾ ਜਦੋਂ ਗਰਾਹੀ ਛਕੀ ਹੈ ਉਹ ਦੂਜਾ ਸਵਾਦ ਵੱਖਰਾ ਆਇਆ। ਪਹਿਲਾਂ ਕੋਈ ਹੋਰ ਸਵਾਦ ਆਇਆ ਤੇ ਫਿਰ ਦੂਜੀ ਗਰਾਹੀ ਜਦੋਂ ਛਕੀ ਹੈ, ਮੰਨ ਲਓ ਪਹਿਲਾਂ ਮਿੱਠਾ ਆਇਆ ਹੋਵੇ ਤੇ ਫਿਰ ਖੱਟਾ ਜਾਂ ਕੌੜਾ, ਇਸ ਤਰੀਕੇ ਦੇ ਸਵਾਦ ਆਏ ਹਨ। ਬਿਸਮਿਓ ਸ਼ਾਹ ਕਹਾਂ ਜਹ ਬਾਤ। ਤੇ ਮਨ ਵਿੱਚ ਹੈਰਾਨ ਹੋਇਆ ਅਕਬਰ ਬਾਦਸ਼ਾਹ ਕਿ ਇਹ ਸਮਝਿਆ ਨਹੀਂ ਜਾ ਰਿਹਾ ਇਹ ਕਿਹੋ ਜਿਹਾ ਕੌਤਕ ਹੈ। ਵੇਖਣ ਨੂੰ ਇੱਕੋ ਹੀ ਭੋਜਨ ਹੈ ਪਰ ਸਵਾਦ ਵੱਖਰਾ ਆ ਰਿਹਾ ਹੈ। ਦੁਤਿਓ ਰਸ ਹੋਇਸ ਕਿਸ ਭਾਂਤ। ਇਹ ਪਹਿਲਾ ਜਿਹੜਾ ਰਸ ਆਇਆ ਸੀ, ਪਹਿਲੀ ਗਰਾਈ ਦੇ ਨਾਲ ਜੋ ਸਵਾਦ ਆਇਆ ਉਹ ਦੂਜੀ ਦੇ ਨਾਲ ਵੱਖਰਾ ਆਇਆ, ਇਹ ਜਾਣੀ ਨਹੀਂ ਜਾ ਰਹੀ ਗਾਤ। ਬਹੁਰ ਤੀਸਰੋ ਪਾਇਸ ਕੌਰ। ਫਿਰ ਤੀਸਰਾ ਜਿਹੜਾ ਹੈ, ਤੀਸਰੀ ਗਰਾਹੀ ਉਸਨੇ ਆਪਣੇ ਮੂੰਹ ਵਿੱਚ ਪਾਈ ਹੈ ਤਾਂ ਸਵਾਦ ਸਲਵਣ
ਪਾਏ ਤਬ ਔਰ। ਫਿਰ ਉਹਦਾ ਸਵਾਦ ਉਹਦੇ ਵਿੱਚ ਮੰਨ ਲਓ ਕਿ ਜਿਵੇਂ ਸਲੂਣਾ, ਜਿਵੇਂ ਪਦਾਰਥ, ਜਿਵੇਂ ਲੂਣ ਆਦਿਕ ਜਾਂ ਹੋਰ ਕਈ ਤਰੀਕੇ ਦੇ ਆਪਾਂ ਬਣਾ ਕੇ ਛਕਦੇ ਹਾਂ, ਮਿੱਠੇ, ਸਵਾਦਲੇ, ਖੱਟੇ ਆਦਿਕ, ਉਸ ਤਰੀਕੇ ਦੇ ਨਾਲ ਵੱਖਰਾ ਵੱਖਰਾ ਸਵਾਦ ਆਇਆ ਹੈ। ਚਤੁਰਤ ਮਹਿ ਪਾਇਸ ਕੋਹ ਪਾਇਸ। ਚੌਥੇ ਵਾਰੀ ਜਿਹੜਾ ਸਵਾਦ ਉਹ ਮਿੱਠਾ ਆਇਆ, ਖੀਰ ਦੇ ਸਵਾਦ ਵਰਗਾ ਉਸ ਨੂੰ ਲੱਗਿਆ ਹੈ। ਜਿਉ ਜਿਉ ਅਚ ਤਿਉ ਤਿਉ ਬਿਸਮਾਇਸ। ਜਿਵੇਂ ਜਿਵੇਂ ਭੋਜਨ ਛਕਦਾ ਜਾਂਦਾ ਹੈ, ਜਿਵੇਂ ਜਿਵੇਂ ਗਰਾਈ ਛਕਦਾ ਜਾਂਦਾ ਹੈ, ਉਸ ਨੂੰ ਵੱਖਰੇ ਵੱਖਰੇ ਸਵਾਦ ਆ ਰਹੇ ਹਨ। ਖਟ ਰਸ ਕੇ ਸ਼ੁਭ ਸਵਾਦ ਜੇ ਹੋਏ। ਖਟ ਰਸ ਦਾ ਭਾਵ ਇੱਥੇ ਛੇ ਰਸ ਆਖੇ ਕਵੀ ਜੀ ਕਹਿੰਦੇ। ਖਟ ਰਸ ਭਾਵ ਛੇ ਰਸ ਜਿਹੜੇ ਸਾਡੇ ਭੋਜਨ ਦੇ ਹੁੰਦੇ ਨੇ, ਜਿਵੇਂ ਮਿੱਠਾ, ਸਲੂਣਾ, ਚਟਪਟਾ, ਕੌੜਾ, ਕਸੈਲਾ, ਇਸ ਤਰੀਕੇ ਦੇ ਨਾਲ ਖੱਟਾ, ਇਹ ਸਾਰੇ ਆਪੋ ਜਿਹੜੇ ਛੇ ਰਸ ਨੇ ਭੋਜਨ ਦੇ, ਇਹ ਮੰਨ ਲਓ ਕਿ ਛੇ ਦੇ ਛੇ ਰਸ ਉਸ ਨੂੰ ਆਏ ਹੋਣ। ਅਚਤ ਸ਼ਾਹ ਨੇ ਲੀਨੇ ਸੋਏ। ਉਹ ਹੈਰਾਨ ਹੋਇਆ ਖਾਣ ਸਮੇਂ, ਇਹ ਸਾਰੇ ਹੀ ਸਵਾਦ ਉਸ ਨੂੰ ਆਏ ਹਨ। ਜਨਮ ਧਾਰ ਜੋ ਸਵਾਦ ਨਾ ਪਾਇਓ। ਤੇ ਉਹ ਕਹਿੰਦਾ ਕਿ ਮੈਂ ਸਾਰੀ ਜ਼ਿੰਦਗੀ, ਜਦੋਂ ਦਾ ਮੇਰਾ ਜਨਮ ਹੋਇਆ ਹੁਣ ਤੱਕ ਮੈਂ ਬਾਦਸ਼ਾਹ ਬਣਿਆ, ਪਤਾ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਪਦਾਰਥ ਛਕੇ ਹੋਣਗੇ, ਕਿੰਨੇ ਭੋਜਨ ਛਕੇ ਹੋਣਗੇ, ਪਰ ਉਹ ਸਵਾਦ ਜਿਹੜਾ ਅੱਜ ਆਇਆ ਹੈ, ਇਹ ਜਨਮ ਤੋਂ ਲੈ ਕੇ ਹੁਣ ਤੱਕ ਇਹੋ ਜਿਹਾ ਸਵਾਦ ਮੈਂ ਚਖਿਆ ਨਹੀਂ। ਲਵਣ ਬਹੀਨ ਉਹ ਗੁਰੂ ਖਾਇਓ। ਲਵਣ ਵਿਹੀਨ ਭਾਵ ਲੂਣ ਤੋਂ ਬਿਨਾਂ ਵੀ ਇਹ ਜਿਹੜਾ ਓਗਰਾ ਖਾਇਆ, ਇਹਦੇ ਵਿੱਚ ਹਰ ਤਰੀਕੇ ਦਾ ਸਵਾਦ ਪ੍ਰਾਪਤ ਹੋਇਆ ਹੈ। ਤ੍ਰਿਪਤ ਸ਼ਾਹ ਕਰ ਬਹੁਰ ਪਖਾਰੇ। ਫਿਰ ਸ਼ਾਹ ਜਿਹੜਾ ਹੈ ਅਕਬਰ ਬਾਦਸ਼ਾਹ ਤ੍ਰਿਪਤ ਹੋਇਆ ਤੇ ਫਿਰ ਉਸਨੇ ਆਪਣੇ ਕਰ ਪਖਾਰੇ ਅੱਗੇ ਹੱਥ ਵਧਾਏ ਹਨ। ਬਿਸਮਤ ਹੋਏ ਕਰ ਜੋਰ ਉਚਾਰੇ। ਤੇ ਜਦੋਂ ਹੱਥ ਇਸ ਤਰ੍ਹਾਂ ਸਾਫ਼ ਕਰਕੇ ਹੱਥ ਜੋੜੇ, ਫਿਰ ਪਾਤਸ਼ਾਹੀ ਅੱਗੇ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਜੀ, ਤੁਹਾਡੀ ਮਹਿਮਾ ਤੁਸੀਂ ਹੀ ਜਾਣ ਸਕਦੇ ਹੋ, ਮੈਂ ਇਹ ਬਿਆਨ ਨਹੀਂ ਕਰ ਸਕਦਾ। ਸਿਫਤ ਆਪ ਕੀ ਕਹੀ ਨਾ ਜਾਏ। ਤੁਹਾਡੀ ਸਿਫਤ ਬਿਆਨ ਤੋਂ ਬਾਹਰ ਹੈ। ਜੋ ਆਪ ਜੀ ਕਰ ਸਕਦੇ ਹੋ ਉਹ ਕੋਈ ਹੋਰ ਨਹੀਂ ਕਰ ਸਕਦਾ। ਆਪ ਜੀ ਦੇ ਵਿੱਚ ਇਹੋ ਜਿਹੀਆਂ ਵਡਿਆਈਆਂ ਹਨ। ਆਰਫ ਕਾਮਲ ਸਭ ਸੁਖਦਾਈ। ਜਿਹੜੇ ਵੱਡੇ ਵੱਡੇ ਸੂਫੀ, ਜਿਹੜੇ ਵੱਡੇ ਵੱਡੇ ਰੱਬ ਦੇ ਪਿਆਰੇ ਹਨ, ਪਰਮੇਸ਼ਵਰ ਦੇ ਨੇੜੇ ਹਨ, ਉਹ ਸਾਰੇ ਹੀ ਪੂਰਨ ਆਰਫ ਕਾਮਲ ਆਦਿਕ। ਜੇਕਰ ਮੇਰੇ ਪਰ ਅਨੁਕੂਲ। ਇਹ ਸੱਚੇ ਪਾਤਸ਼ਾਹ ਜੀ ਇਹ ਵੀ ਆਪ ਜੀ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੇ। ਜੇ ਆਪ ਜੀ ਹੁਣ ਕਿਰਪਾ ਕੀਤੀ ਹੈ ਤੇ ਮੇਰੇ ਉੱਤੇ ਇਹ ਕਿਰਪਾ ਕਰੋ। ਅਰਖ ਦੇਹੋ ਕੁਛ ਕਰੋ ਕਬੂਲ। ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੇ ਵਾਸਤੇ ਕੁਝ ਭੇਟਾ ਲੈ ਕੇ ਆਇਆ ਹਾਂ, ਕੁਝ ਅਰਪਿਤ ਕਰਨਾ ਚਾਹੁੰਦਾ ਹਾਂ। ਮੇਰੀਆਂ ਭੇਟਾਵਾਂ ਨੂੰ ਸਵੀਕਾਰ ਕਰੋ। ਜੋ ਸੇਵਾ ਤੁਮਰੀ ਹੋਏ ਜਾਏ। ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਮਨ ਦੇ ਨਾਲ ਇੱਕ ਸੇਵਾ ਕਰਨੀ ਚਾਹੁੰਦਾ ਹਾਂ ਕਿ ਆਪ ਜੀ ਦੇ ਵਾਸਤੇ ਕੁਝ ਭੇਟਾਵਾਂ, ਕੁਝ ਜਿਹੜਾ ਦੇ ਸਕਾਂ, ਕੋਈ ਜ਼ਮੀਨ ਆਦਿਕ ਉਸ ਦੇ ਮਨ ਵਿੱਚ ਖਿਆਲ ਆਇਆ। ਬਨੋ ਸਫਲ ਸ਼ਾਂਤੀ ਮੁਝੇ ਆਏ। ਮੇਰਾ ਜਨਮ ਸਫਲ ਹੋ ਜਾਵੇ ਤੇ ਮੈਨੂੰ ਸ਼ਾਂਤੀ ਆ ਜਾਵੇ, ਮੇਰਾ ਜਨਮ ਮਰਨ ਦਾ ਗੇੜ ਮੁੱਕ ਜਾਵੇ। ਜਿਸ ਪ੍ਰਭੂ ਮੁਖ ਤਾਂ ਸੋ ਕਹੀ। ਫਿਰ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਕਰਕੇ ਬੜੇ ਹੀ ਉਸ ਨੂੰ ਇੰਜ ਆਖਦੇ ਹਨ, ਕਿਛੂ ਬਸਤ ਕੀ ਖੁਆਸ਼ ਨਾ ਰਹੀ। ਕਿ ਸਾਨੂੰ ਤਾਂ ਕਿਸੇ ਵੀ ਦੁਨਿਆਵੀ ਪਦਾਰਥ ਦੀ ਇੱਛਾ ਖੁਆਇਸ਼ ਨਹੀਂ ਹੈ। ਸਾਡਾ ਤਾਂ ਇਹਨਾਂ ਪਦਾਰਥਾਂ ਦੇ ਵਿੱਚ ਮੋਹ ਨਹੀਂ ਰਿਹਾ, ਭਾਵ ਸਾਨੂੰ ਕਿਸੇ ਵੀ ਪ੍ਰਕਾਰ ਦੁਨੀਆ ਦੇ ਪਦਾਰਥ ਦੀ ਇੱਛਾ ਨਹੀਂ ਹੈ। ਦੀਏ ਗੁਰੂ ਨੇ ਅਟੁੱਟ ਭੰਡਾਰੂ। ਬੜੇ ਹੀ ਅਟੁੱਟ ਭੰਡਾਰ ਨੇ ਜੋ ਸਾਨੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ, ਗੁਰੂ ਜੀ ਨੇ ਦਿੱਤੇ ਹਨ। ਤੇ ਜਿਹੜੇ ਇਸ ਤਰੀਕੇ ਇਹ ਲੰਗਰ ਜਿਹੜੀ ਸੰਗਤ ਆ ਰਹੀ ਹੈ, ਇਹਦੇ ਵਿੱਚ ਵੀ ਜੋ ਹੈ ਇਹ ਸਾਰਾ ਹੀ ਸੰਗਤ ਦਾ ਹੀ ਹੈ। ਇਹਦੇ ਵਿੱਚ ਕਿਸੇ ਪ੍ਰਕਾਰ ਦਾ ਸਾਡਾ ਨਹੀਂ ਹੈ। ਖਰਚਤ ਖਾਵਤ ਪਾਏ ਨਾ ਪਾਰੂ। ਕਿ ਕਿਵੇਂ ਖਰਚਦਿਆਂ ਖਾਂਦਿਆਂ ਵਰਤਦਿਆਂ ਵਰਤਾਉਂਦਿਆਂ ਕੋਈ ਕਮੀ ਨਹੀਂ ਆਉਣ ਦਿੱਤੀ ਪਰਮਾਤਮਾ ਅਕਾਲ ਪੁਰਖ ਨੇ। ਭਾਵ ਇਹ ਲੰਗਰ ਚੱਲ ਰਹੇ ਨੇ, ਇੱਥੋਂ ਗਰੀਬ ਗੁਰਬੇ ਛਕਦੇ ਛਕਾਉਂਦੇ ਹਨ, ਉਹ ਪਰਮਾਤਮਾ ਆਪ ਹੀ ਸਾਰਾ ਕੁਝ ਵਰਤਾ ਰਿਹਾ ਹੈ। ਸ਼ਾਹ ਸਹਿਤ ਉਮਰਾਵਨ ਫਿਰ ਜਿਹੜੇ ਬਾਦਸ਼ਾਹ ਅਕਬਰ ਦੇ ਨਾਲ ਜਿਹੜੇ ਉਹਦੇ ਅਹਿਲਕਾਰ ਉਮਰਾਵ ਆਏ ਸਨ, ਉਹਨਾਂ ਨੇ ਵੀ ਬਾਰ-ਬਾਰ ਬੇਨਤੀਆਂ ਕੀਤੀਆਂ ਹਨ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਕੁਝ ਨਾ ਕੁਝ ਭੇਟਾ ਜ਼ਰੂਰ ਅਕਬਰ ਬਾਦਸ਼ਾਹ ਦੀ ਸਵੀਕਾਰ ਕਰ ਲਵੋ। ਬੜੀ ਨਿਮਰਤਾ ਦੇ ਨਾਲ, ਬੜੀ ਇਹ ਭਾਵਨਾ ਦੇ ਨਾਲ ਆਇਆ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਵਾਸਤੇ। ਤੇ ਇਸ ਦੀ ਭਾਵਨਾ ਉਦੋਂ ਹੀ ਪੂਰੀ ਹੋਵੇਗੀ ਜਦੋਂ ਆਪ ਜੀ ਕੁਝ ਨਾ ਕੁਝ ਇਹਦੇ ਤੋਂ ਭੇਟਾ
ਸਵੀਕਾਰ ਕਰ ਲਵੋਗੇ। ਬੇਰ ਬੇਰ ਕਹੈ ਕਰੋ ਨ ਫੇਰ। ਸੱਚੇ ਪਾਤਸ਼ਾਹ ਜੀ ਬਾਰ-ਬਾਰ ਉਹਨਾਂ ਨੇ ਕਿਹਾ ਕਿ ਅਰਜ ਨਾ ਮੋੜੋ, ਬੇਨਤੀ ਪ੍ਰਵਾਨ ਕਰ ਲਵੋ। ਕਿਤਕ ਗ੍ਰਾਮ ਕੋ ਪਟਾ ਲਖਾਇਵ। ਉਹਦੇ ਮਨ ਦੀ ਇੱਛਾ ਸੀ ਅਕਬਰ ਬਾਦਸ਼ਾਹ ਦੇ ਕਿ ਮੈਂ ਕੁਝ ਨਗਰਾਂ ਦਾ ਪਟਾ ਲਿਖ ਦੇਵਾਂ, ਕੁਝ ਜ਼ਮੀਨ ਜਿਹੜੀ ਹੈ ਉਹ ਲਿਖ ਦੇਵਾਂ ਤਾਂ ਜੋ ਉਹ ਲੰਗਰ ਦੇ ਨਾਮ ਹੋਵੇ। ਪਰ ਪਾਤਸ਼ਾਹ ਜੀ ਨੇ, ਜਿਵੇਂ ਇਤਿਹਾਸ ਜ਼ਿਕਰ ਮਿਲਦਾ ਕਿ ਜਦੋਂ ਵੀ ਕੋਈ ਆਇਆ ਤੇ ਪਾਤਸ਼ਾਹ ਜੀ ਨੇ ਉਸ ਨੂੰ ਕਹਿ ਦਿੱਤਾ ਕਿ ਪ੍ਰਮਾਤਮਾ ਅਕਾਲ ਪੁਰਖ ਦੇ ਕਿਰਪਾ ਦੇ ਨਾਲ ਸਾਡਾ ਇਹ ਜੋ ਲੰਗਰ ਦੀ ਪਰੰਪਰਾ ਹੈ ਇਹ ਲੋਕਾਂ ਦੀ ਦਸਵੰਧ ਦੀ ਰਕਮ ਦੇ ਨਾਲ। ਪਰ ਫਿਰ ਵੀ ਜਦੋਂ ਪਿਛੇ ਨੇ ਬਹੁਤ ਹੀ ਨਿਮਰਤਾ ਕਰਕੇ ਆਪਣੇ ਵੱਲੋਂ ਜ਼ੋਰ ਕਰਕੇ ਕਿ ਪਾਤਸ਼ਾਹ ਜੀ ਮੈਂ ਉਹਨਾਂ ਚਿਰ ਤੱਕ ਇਸ ਥਾਂ ਤੋਂ ਜਾਵਾਂਗਾ ਹੀ ਨਹੀਂ, ਆਪ ਜੀ ਜਿੰਨਾ ਚਿਰ ਮੇਰੀ ਭੇਟਾ ਅਰਪਿਤ ਨਹੀਂ ਕਰਦੇ, ਤਾਂ ਪਾਤਸ਼ਾਹ ਜੀ ਨੇ ਉਹ ਪ੍ਰਵਾਨ ਕੀਤੀ ਹੈ। ਇੱਥੇ ਵੀ ਹੁਣ ਇਹ ਬਾਰ-ਬਾਰ ਬੇਨਤੀ ਕਰ ਰਿਹਾ, ਇਸ ਦੇ ਅਹਿਲਕਾਰ ਇਸ ਦੇ ਨਾਲ ਜਿਹੜੇ ਸੇਵਾਦਾਰ ਨੇ ਬੇਨਤੀ ਕਰਦੇ ਹਨ। ਸਿਰ ਸਤਿਗੁਰ ਕੇ ਚਰਨ ਚੜਾਇਵ। ਫਿਰ ਇਸ ਨੇ ਕੁਝ ਨਗਰਾਂ ਦਾ ਪਟਾ ਲਿਖ ਕੇ ਉਹ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਭੇਟਾ ਕਰ ਦਿੱਤਾ ਹੈ। ਇਹ ਸਭ ਨਿਰਣੈ ਆਗਿਆ ਕਰ ਹੈ। ਤੇ ਕਵੀ ਜੀ ਬਿਆਨ ਕਰ ਰਹੇ ਨੇ ਇਹ ਜਿਹੜਾ ਸਾਰਾ ਪ੍ਰਸੰਗ ਹੈ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ, ਆਉਣ ਵਾਲੇ ਅਧਿਆਇਆਂ ਦੇ ਵਿੱਚ ਬਿਆਨ ਕਰਾਂਗੇ। ਜਹਾਂ ਸੁਧਾਸਰ ਕਥਾ ਉਚਰ ਹੈ। ਜਿੱਥੇ ਜਾ ਕੇ ਸੁਧਾਸਰ ਭਾਵ ਅੰਮ੍ਰਿਤਸਰ ਦੀ ਕਥਾ ਆਵੇਗੀ, ਇਸ ਨਗਰ ਦੀ, ਉਸ ਥਾਂ ਇਹ ਸਾਰਾ ਪ੍ਰਸੰਗ ਆਵੇਗਾ। ਜੇਕਰ ਗਇਓ ਗ੍ਰਾਮ ਸੁਲਤਾਨ। ਇਸ ਤਰੀਕੇ ਜਿਹੜੀ ਇਹ ਤੁੰਗ ਗਿਲਵਾਲੀ ਨਗਰ ਦੀ ਜਾਂ ਹੋਰ ਇਸ ਆਸ-ਪਾਸ ਦੀ ਜਿਹੜੀ ਜ਼ਮੀਨ ਸੀ ਇਹਦਾ ਪਟਾ ਅਕਬਰ ਬਾਦਸ਼ਾਹ ਲਿਖ ਕੇ ਗਿਆ ਸੀ। ਇਹ ਗ੍ਰਾਮ ਸੁਲਤਾਨ ਜਿਹੜਾ ਅਕਬਰ ਬਾਦਸ਼ਾਹ ਦੇ ਕੇ ਗਿਆ। ਬੈਠੇ ਸੋਬਤ ਗੁਰ ਭਗਵਾਨ। ਉਧਰ ਸੱਚੇ ਪਾਤਸ਼ਾਹ ਜੀ ਸ਼ੋਭਾ ਪਾ ਰਹੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ। ਨਿਮਰਤਾ ਦੇ ਨਾਲ ਜਿਹੜਾ ਕੋਈ ਆ ਕਰਕੇ ਦਰਸ਼ਨ ਕਰਦਾ ਹੈ ਉਹਦੇ ਸੱਚੇ ਪਾਤਸ਼ਾਹ ਜੀ ਝੋਲੀਆਂ ਭਰ ਦਿੰਦੇ ਹਨ। ਦੋਹਰਾ ਰਾਮਦਾਸ ਹਿਤ ਗ੍ਰਾਮ ਸਭ ਲੀਨ ਗੁਰੂ ਮਹਾਰਾਜ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਜਾਣਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਸ ਨਗਰ ਅੰਮ੍ਰਿਤਸਰ ਰਾਮਦਾਸਪੁਰ ਨਗਰ ਦੀ ਨੀਂਹ ਰੱਖੀ ਜਾਣੀ ਸੀ, ਇਹ ਭਵਿੱਖਤ ਆਉਣ ਵਾਲਾ ਸਮਾਂ ਜਾਣੀ ਜਾਣ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਾਣਿਆ ਹੈ। ਰਾਮਦਾਸ ਹਿਤ ਗ੍ਰਾਮ ਸਭ ਭਾਵ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਲਈ, ਕਿਉਂਕਿ ਇਹ ਨਗਰ ਵਸਣਾ, ਇਸ ਕਰਕੇ ਆਉਣ ਵਾਲਾ ਭਵਿੱਖ ਜਾਣ ਕਰਕੇ ਜਾਨ ਭਵਿੱਖਿਤ ਸਰਬਗਤ ਬਰਦਨ ਜਥਾ ਸਮਾਜ। ਕਿ ਸਿੱਖ ਸਮਾਜ ਵਧਣਾ ਹੈ, ਪੰਥ ਵਧਣਾ ਹੈ। ਤੇ ਇਸ ਕਰਕੇ ਅਕਬਰ ਬਾਦਸ਼ਾਹ ਜੀ ਦਾ ਜੋ ਅਕਬਰ ਬਾਦਸ਼ਾਹ ਦਾ ਇਹ ਪਟਾ ਸੀ ਇਹ ਪ੍ਰਵਾਨ ਕਰ ਲਿਆ ਹੈ। ਸੱਚੇ ਪਾਤਸ਼ਾਹ ਨੇ ਭੇਟਾ ਸਵੀਕਾਰ ਕੀਤੀ ਹੈ। ਚਾਓ ਪਈ ਸ੍ਰੀ ਸਤਿਗੁਰ ਇਮ ਭਗਤ ਬਿਥਾਰਥ। ਐਵੇਂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਭਗਤੀ ਦਾ ਪ੍ਰਵਾਹ ਚਲਾਉਂਦੇ ਹਨ। ਬਖਸ਼ਿਸ਼ ਕਰਤ ਦੇਖ ਕਰ ਆਰਤ। ਜਿਹੜਾ ਕੋਈ ਆਰਤ ਗਰੀਬ ਗੁਰਬਾ ਆਉਂਦਾ ਹੈ ਉਹ ਖਾਲੀ ਹੱਥ ਆਉਂਦਾ ਹੈ ਤੇ ਉਹ ਝੋਲੀਆਂ ਭਰ ਕੇ ਲੈ ਜਾਂਦਾ, ਬਖਸ਼ਿਸ਼ਾਂ ਕਰਦੇ ਹਨ। ਛੋਟੀ ਸੁਤਾ ਸੇਵ ਨਿਤ ਕਰੈ। ਬੀਬੀ ਭਾਨੀ ਜੀ ਜਿਹੜੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਛੋਟੀ ਧੀ ਭਾਵ ਬੀਬੀ ਦਾਨੀ ਤੇ ਬੀਬੀ ਭਾਨੀ ਜੀ ਛੋਟੀ ਧੀ ਬੀਬੀ ਭਾਨੀ ਸੇਵਾ ਕਰਦੇ ਹਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਲਖਿਆ ਪ੍ਰਭੂ ਇਮ ਭਾਉ ਸੋ ਧਰੈ। ਉਹ ਆਪਣਾ ਪਿਤਾ ਜੀ ਜਾਣ ਕੇ ਨਹੀਂ ਬਲਕਿ ਪਰਮਾਤਮਾ ਸਵਰੂਪ ਜਾਣ ਕਰਕੇ ਸਤਿਕਾਰ ਦੇ ਨਾਲ ਸੇਵਾ ਕਰਦੇ ਹਨ। ਪਿਤ ਕਰਨਹਿ ਜਾਣੈ ਬਹੁ ਸਿਆਨੀ। ਕਿ ਇਹ ਕੋਈ ਦੁਨੀਆ ਦੇ ਜਿਵੇਂ ਰਿਸ਼ਤੇਦਾਰੀ ਵਾਂਗ ਕੇਵਲ ਦੁਨੀਆ ਦੇ ਬਾਪ ਨਹੀਂ, ਪਿਤਾ ਜੀ ਨਹੀਂ ਹਨ, ਮੇਰੇ ਵਾਸਤੇ ਅਕਾਲ ਪੁਰਖ ਹਨ। ਭਾਉ ਭਗਤ ਕੋ ਤਨ ਜਨ ਭਾਨੀ। ਇਹ ਬੜੇ ਪਿਆਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੀਬੀ ਭਾਨੀ ਜੀ ਪ੍ਰੇਮਾ ਭਗਤੀ ਦਾ ਸਵਰੂਪ ਹਨ ਜਿਹੜੇ ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਨ। ਮਨੋ ਕੀਰਤੀ ਰੂਪ ਕਰਿਓ ਹੈ। ਮੰਨ ਲਓ ਕਿ ਜਿਵੇਂ ਪਰਮਾਤਮਾ ਦੇ ਵੱਲੋਂ ਕੀਰਤੀ ਰੂਪ ਵਿੱਚ ਭਾਵ ਸੇਵਾ ਦੇ ਰੂਪ ਵਿੱਚ ਹੀ ਇੱਕ ਦੇਵੀ ਆਈ ਹੋਵੇ ਸੇਵਾ ਵਾਸਤੇ। ਕਹਿ ਰੀ ਸ੍ਰੀ ਨਿਜ ਬੇਸ ਧਰਿਓ ਹੈ। ਮੰਨ ਲਓ ਕਿ ਸੇਵਾ ਕਰਨ ਵਾਸਤੇ ਹੀ ਪਰਮਾਤਮਾ ਦਾ ਸਵਰੂਪ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਆਏ ਹਨ ਉਹਨਾਂ ਦੀ ਸੇਵਾ ਵਿੱਚ ਆਏ ਹਨ। ਬੜ ਭਾਗਾ ਪ੍ਰਤਿਬਤਾ ਸੁਸ਼ੀਲਾ। ਇਹ ਵੱਡੀ ਭਾਗਾਂ ਵਾਲੀ ਪ੍ਰਤੀਬ੍ਰਤਾ ਭਾਵ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਧਰਮ ਸਮਤਨੀ ਬੀਬੀ ਭਾਨੀ ਜੀ
ਸੁਸ਼ੀਲ ਗੁਣਾਂ ਦੇ ਨਾਲ ਸੰਪੰਨ ਹਨ, ਭਾਵ ਆਪਣੇ ਪਤੀ ਦੇ ਹੁਕਮ ਵਿੱਚ ਚੱਲਣ ਵਾਲੇ ਅਤੇ ਪਿਤਾ ਗੁਰੂ ਜੀ ਦੇ ਹੁਕਮ ਵਿੱਚ ਚੱਲਣ ਵਾਲੇ, ਸੇਵਾ ਕਰਨ ਵਾਲੇ ਹਨ। ਨਮਰ ਭੂਤ ਨਿਤ ਸਮਤ ਗਹੀਲਾ, ਇਸ ਤਰੀਕੇ ਦੇ ਨਾਲ ਨਿਮਰਤਾ ਦੇ ਵਿੱਚ ਰਹਿਣ ਵਾਲੇ, ਸ੍ਰੇਸ਼ਟ ਬੁੱਧੀ ਗ੍ਰਹਿਣ ਕਰਨ ਵਾਲੇ ਹਨ। ਅਪਰ ਨਿਕਟ ਕੋ ਹੋਣ ਨਾ ਪਾਵੈ, ਹੋਰ ਉਹਨਾਂ ਦੇ ਨਿਕਟ, ਉਹਨਾਂ ਦੇ ਸਮਾਨ ਸੇਵਾ ਵਾਲਾ ਕੋਈ ਨਹੀਂ ਹੈ। ਇਹ ਤਰ ਸਰਦਾ ਸ਼ੇਵ ਕਮਾਵੈ, ਇਸ ਤਰੀਕੇ ਸਰਦਾ ਧਾਰ ਕਰਕੇ ਸੇਵਾ ਕਰਦੇ ਹਨ। ਇਹ ਬੀਬੀ ਭਾਨੀ ਜੀ ਪਿਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਨੇ। ਇਹ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਕਿ ਕਿਵੇਂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀਨ ਦੁਨੀਆ ਦੇ ਮਾਲਕ, ਦੁਖੀਆਂ ਦੇ ਦਰਦ ਵਡਾਉਣ ਵਾਲੇ, ਆਪਣੇ ਨਗਰ ਵਿੱਚ ਆਏ ਹੋਏ ਨੂੰ ਖਾਲੀ ਨਹੀਂ ਮੋੜਦੇ, ਉਸ ਦੀ ਝੋਲੀ ਭਰ ਕੇ ਮੋੜਦੇ ਹਨ। ਜਿੱਥੇ ਪ੍ਰੇਮੇ ਕੋੜੀ ਵਰਗੇ ਨੂੰ, ਜਿਹਦਾ ਕੋਈ ਵੀ ਬਾਂਹ ਫੜਨ ਵਾਲਾ ਨਹੀਂ ਸੀ, ਉਸ ਦਾ ਇਲਾਜ ਕੀਤਾ, ਉਸ ਦਾ ਆਨੰਦ ਕਾਰਜ ਕੀਤਾ। ਇਸ ਤੋਂ ਇਲਾਵਾ ਹੋਰ ਜਿਹੜੇ ਵੀ ਸਤੀ ਪ੍ਰਥਾ, ਪਰਦਾ ਪ੍ਰਥਾ, ਜਾਤ ਪਾਤ ਅਤੇ ਹੋਰ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕੀਤਾ। ਇਹ ਸਾਰਾ ਕੁਝ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਇਹ ਸਾਰੇ ਕੌਤਕ ਵਰਤਾਏ ਹਨ। ਇਹ ਆਪ ਜੀ ਨੇ ਸ਼ਰਵਣ ਕੀਤਾ। ਇੱਥੇ ਹੀ ਪ੍ਰਸੰਗ ਦੀ ਸਮਾਪਤੀ ਹੈ। ਬੋਲਦਿਆਂ ਤੋਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ, ਗਲਤੀਆਂ, ਕਮੀਆਂ ਰਹਿ ਗਈਆਂ ਹੋਣਗੀਆਂ। ਸੱਚੇ ਪਾਤਸ਼ਾਹ ਜੀ ਬਖਸ਼ਣਯੋਗ ਹਨ, ਬਖਸ਼ ਲੈਣਾ ਜੀ। ਅੰਤ ਵਾਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਬੜ ਭਾਗਾ ਪ੍ਰਤਿਪਤਾ ਸੁਸ਼ੀਲਾ, ਨਮਰ ਭੂਤ ਨਿਤ ਸਮਤ ਗਹੀਲਾ, ਅਪਰ ਨਿਕਟ ਕੋ ਹੋਣ ਨਾ ਪਾਵੈ, ਇਹ ਤਰ ਸ਼ਰਦਾ ਸੇਵ ਕਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।